ਕੁਛ ਹਫ਼ਤੇ ਪਹਿਲਾਂ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਇਤਿਹਾਸ ਪੜ੍ਹ ਰਹੇ ਸਾਂ, ਜਿਸ ਵਿੱਚ ਸਤਿਗੁਰੂ ਜੀ ਆਪਣੇ ਬੜੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਮੱਕੇ ਪਹੁੰਚੇ ਹੋਏ ਹਨ। ਉੱਥੇ ਉਹਨਾਂ ਨੇ ਬਹੁਤ ਸਾਰੇ ਹਾਜੀ ਕਾਜੀ ਹੋਰ ਬਹੁਤ ਸਾਰੇ ਮੁੱਲਾਂ ਲੋਕ ਇਕੱਠੇ ਹੋਏ ਸਨ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀਵਨ ਦਾ ਸਹੀ ਰਸਤਾ ਦਿਖਾ ਰਹੇ ਸਨ। ਉਹਨਾਂ ਦੇ ਮਨਾਂ ਦੇ ਵਹਿਮ ਭਰਮ ਦੂਰ ਕਰ ਰਹੇ ਸਨ। ਉੱਥੇ ਉਹਨਾਂ ਨੇ ਮਾਨਵ ਜਾਤੀ ਨੂੰ ਇਹ ਵੀ ਗੱਲ ਸਮਝਾਈ ਸੀ ਕਿ ਪਰਮਾਤਮਾ ਨਾ ਕੇਵਲ ਦੱਖਣ ਵਿੱਚ, ਨਾ ਕੇਵਲ ਪੱਛਮ ਵਿੱਚ, ਸਗੋਂ ਉਹ ਹਰ ਥਾਂ 'ਤੇ ਮੌਜੂਦ ਏ ਤੇ ਕਣ-ਕਣ ਵਿੱਚ ਸਮਾਇਆ ਹੋਇਆ ਹੈ। ਭਾਵੇਂ ਸਾਨੂੰ ਸਾਡੇ ਧਰਮ ਸਥਾਨਾਂ ਦਾ, ਧਰਮ ਗ੍ਰੰਥਾਂ ਦਾ ਬਹੁਤ ਵੱਡਾ ਮਾਣ ਤੇ ਸਨਮਾਨ ਕਰਨਾ ਚਾਹੀਦਾ ਹੈ। ਜਿਵੇਂ ਵੀ ਕਿਸੇ ਸਮਾਜ ਦੇ ਅੰਦਰ ਰਹੁ ਰੀਤੀਆਂ ਬਣੀਆਂ ਹੋਈਆਂ ਨੇ, ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪਰ ਕਿਸੇ ਵਹਿਮ ਭਰਮ ਵਿੱਚ ਪੈ ਕੇ ਬਹੁਤ ਸਾਰੇ ਕੱਟੜ ਨਹੀਂ ਬਣ ਜਾਣਾ ਚਾਹੀਦਾ। ਕਈ ਵਾਰੀ ਆਪਾਂ ਵੇਖਦੇ ਹਾਂ ਗੁਰਦੁਆਰਿਆਂ ਦੇ ਅੰਦਰ ਹਰ ਧਰਮ, ਹਰ ਜਾਤੀ ਦੇ ਲੋਕ ਆਉਂਦੇ ਨੇ। ਕੁਦਰਤੀ ਕਈ ਵਾਰੀ ਕਈ ਨਵੇਂ ਜੀਅ ਆਉਂਦੇ ਨੇ ਜਿਹੜੇ ਪਹਿਲਾਂ ਕਦੇ ਗੁਰਦੁਆਰੇ ਆਏ ਨਹੀਂ ਹੁੰਦੇ। ਉਹਨਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੁੰਦਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਦੇ ਰਸਮੋ ਰਿਵਾਜ ਕੀ ਨੇ। ਕਈ ਵਾਰੀ ਨੰਗੇ ਸਿਰ ਕੋਈ ਅੰਦਰ ਆ ਜਾਂਦਾ ਹੈ, ਜਾਂ ਆਪਣੇ ਸ਼ੂਜ਼ ਪਹਿਨਿਆਂ ਹੀ ਕੋਈ ਅੰਦਰ ਆ ਜਾਂਦਾ ਹੈ। ਅਸੀਂ ਉਹਨਾਂ ਨਾਲ ਵਿਵਹਾਰ ਚੰਗਾ ਨਹੀਂ ਕਰਦੇ, ਉਹਨਾਂ ਨੂੰ ਝਿੜਕ ਦਿੰਦੇ ਹਾਂ। ਇੱਥੋਂ ਤੱਕ ਕਈ ਥਾਈਂ ਤੇ ਲੋਕ ਮਾਰਨ ਪੈ ਜਾਂਦੇ ਨੇ, ਤੈਨੂੰ ਪਤਾ ਨਹੀਂ, ਤੈਨੂੰ ਦਿਸਦਾ ਨਹੀਂ। ਜੇ ਉਹਨੂੰ ਪਤਾ ਹੋਵੇ ਤੇ ਇਸ ਤਰ੍ਹਾਂ ਕਿਉਂ ਕਰੇ? ਸਾਨੂੰ ਬਹੁਤ ਨਿਮਰਤਾ ਵਿੱਚ ਰਹਿ ਕੇ ਗੁਰੂ ਜੀ ਨੇ ਜਿਹੜੇ ਸਾਨੂੰ ਬਚਨ ਸਮਝਾਏ ਨੇ, ਗਰੀਬੀ ਗਦਾ ਹਮਾਰੀ, ਜਿਹੜੀ ਨਿਮਰਤਾ ਏ ਇਹ ਸਾਡੀ ਤਾਕਤ ਹੈ। ਗਦਾ ਮੈਨੇ ਹਥਿਆਰ, ਇੱਕ ਤਾਕਤ ਹੈ। ਨਿਮਰਤਾ ਜਿਹਾ ਹਥਿਆਰ ਇਸ ਸੰਸਾਰ ਵਿੱਚ ਕੋਈ ਹੋਰ ਹੈ ਹੀ ਨਹੀਂ। ਸਾਨੂੰ ਉਹ ਨਿਮਰਤਾ ਦਾ ਹਥਿਆਰ ਵਰਤਣਾ ਚਾਹੀਦਾ ਹੈ। ਬੜੇ ਪਿਆਰ ਨਾਲ, ਹਲੀਮੀ ਨਾਲ, ਹੱਥ ਜੋੜ ਕੇ, ਸਿਰ ਝੁਕਾ ਕੇ ਉਸ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਵੇਖੋ, ਸਾਡੇ ਗੁਰਦੁਆਰਾ ਸਾਹਿਬ ਦੇ ਨਿਯਮ ਨੇ, ਅੰਦਰ ਨੰਗੇ ਸਿਰ ਅਸੀਂ ਨਹੀਂ ਜਾਂਦੇ, ਸ਼ੂਜ਼ ਪਾ ਕੇ ਨਹੀਂ ਜਾਂਦੇ, ਤੇ ਤੁਸੀਂ ਵੀ ਕਿਰਪਾ ਕਰਕੇ ਸਿਰ ਢੱਕ ਲਓ। ਤੇ ਕੋਈ ਵੀ ਤੁਹਾਨੂੰ ਇਨਕਾਰ ਨਹੀਂ ਕਰੇਗਾ, ਸਗੋਂ ਆਪਣੀ ਗਲਤੀ ਨੂੰ ਮਹਿਸੂਸ ਕਰੇਗਾ। ਸੋ ਸਾਨੂੰ ਸਭਨਾਂ ਨੂੰ ਚਾਹੀਦਾ ਜੀ, ਅਸੀਂ ਸਾਰੀਆਂ ਥਾਵਾਂ 'ਤੇ ਜਿੱਥੇ ਵੀ ਜਾਈਏ, ਜਿਹੜਾ ਵੀ ਧਰਮ ਮੰਦਰ ਹੋਵੇ, ਜਿਹੜਾ ਵੀ ਉਹਨਾਂ ਦਾ ਧਾਰਮਿਕ ਗ੍ਰੰਥ ਜਾਂ ਕੋਈ ਪੁਸਤਕ, ਕੋਈ ਪੋਥੀ ਹੋਵੇ, ਸਾਨੂੰ ਸਭਨਾਂ ਦਾ ਹੀ ਸਤਿਕਾਰ ਕਰਨਾ ਚਾਹੀਦਾ ਹੈ। ਪਰ ਕਿਸੇ ਭਰਮ ਭੁਲੇਖੇ ਵਿੱਚ ਵੀ ਨਹੀਂ ਰਹਿਣਾ ਚਾਹੀਦਾ। ਹੁਣ ਕਈ ਵਾਰੀ ਲੋਕ ਆਖਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਧਰਮ ਸਥਾਨ ਦਾ ਤਿਰਸਕਾਰ ਕੀਤਾ, ਉਹਦੀ ਬੇਅਦਬੀ ਕੀਤੀ, ਉਹਦੇ ਵੱਲ ਪੈਰ ਕੀਤੇ।
ਪਰ ਸਮਝਣ ਵਾਲੀ ਗੱਲ ਜਿਹੜੀ ਇਹਦੇ ਵਿੱਚ ਉਹ ਬਿਲਕੁਲ ਇਸ ਤੋਂ ਵੱਖਰੀ ਹੈ। ਗੁਰੂ ਜੀ ਨੇ ਕਿਸੇ ਦੇ ਧਰਮ ਸਥਾਨ ਦਾ ਨਿਰਾਦਰ ਕਰਨ ਵਾਸਤੇ ਉਹਦੇ ਵੱਲ ਪੈਰ ਨਹੀਂ ਸਨ ਕੀਤੇ, ਸਗੋਂ ਉਹਨਾਂ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਵਾਸਤੇ ਇਹ ਇੱਕ ਤਰ੍ਹਾਂ ਦਾ ਕੌਤਕ ਕੀਤਾ ਸੀ ਉਹਨਾਂ ਨੇ। ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਜੇਕਰ ਗੁਰੂ ਜੀ ਉਹ ਜਿਹੜੇ 5 7 10 ਬੰਦੇ ਸਨ ਉੱਥੇ, ਉਹਨਾਂ ਨੂੰ ਇੰਨੀ ਗੱਲ ਕਹਿੰਦੇ ਵੀ ਰੱਬ ਸਿਰਫ ਇੱਥੇ ਹੀ ਨਹੀਂ ਸਾਰੀਆਂ ਥਾਵਾਂ ਤੇ ਆ, ਤੇ ਗੱਲ ਉੱਥੇ ਹੀ ਮੁੱਕ ਜਾਣੀ ਸੀ। ਪਰ ਗੁਰੂ ਜੀ ਨੇ ਜਿਹੜੀ ਇਹ ਕੌਤਕ ਜਿਹੜਾ ਕੀਤਾ, ਉੱਧਰ ਨੂੰ ਆਪਣੇ ਚਰਨ ਕੀਤੇ। ਜੀਵਨ ਕਾਜੀ ਨੇ ਲੱਤੋਂ ਫੜ ਕੇ ਘਸੀਟਿਆ ਉਹਨਾਂ ਨੂੰ, ਮੱਕਾ ਫਿਰਿਆ, ਉਹ ਸਾਰੀਆਂ ਚੀਜ਼ਾਂ ਉਹ ਇੱਕ ਤਰ੍ਹਾਂ ਨਾਲ ਇੱਕ ਇਤਿਹਾਸ ਬਣਿਆ। ਜਿੰਨਾ ਚਿਰ ਤੱਕ ਇਹ ਮਾਨਵਤਾ ਇਸ ਧਰਤੀ ਤੇ ਰਹੇਗੀ, ਉਸ ਇਤਿਹਾਸ ਨੂੰ ਯਾਦ ਕੀਤਾ ਜਾਂਦਾ ਰਹੇਗਾ। ਬਸ ਉਹਨਾਂ ਨੇ ਵਹਿਮਾਂ ਭਰਮਾਂ ਚੋਂ ਕੱਢਿਆ, ਪਖੰਡ ਕਰਮਾਂ ਚੋਂ ਕੱਢਿਆ, ਕਰਮ ਕਾਂਡਾਂ ਚੋਂ ਲੋਕਾਂ ਨੂੰ ਕੱਢਿਆ ਤੇ ਇੱਕ ਸੱਚੇ ਰੱਬ ਦਾ ਸੱਚਾ ਰਸਤਾ ਦਿਖਾਇਆ। ਉਹ ਸੱਚਾ ਰਸਤਾ ਹੈ ਤੇ ਭਾਵੇਂ ਬਹੁਤ ਔਖਾ, ਉਹਦੇ ਤੇ ਚੱਲਣਾ ਇੰਨਾ ਆਸਾਨ ਨਹੀਂ। ਉਹ ਤੇ ਖੰਨਿਓਂ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ, ਸਿਰ ਧਰ ਤਲੀ ਗਲੀ ਮੇਰੀ ਆਓ। ਜਨ ਨਾਨਕ ਇਹ ਖੇਲ ਕਠਿਨ ਹੈ, ਇੰਨਾ ਆਸਾਨ ਨਹੀਂ, ਪਰ ਬਾਕੀ ਕੁਝ ਰਸਤਿਆਂ ਨਾਲੋਂ ਇਹ ਰਸਤਾ ਆਸਾਨ ਵੀ ਹੈ। ਸੋ ਆਪਾਂ ਗੁਰੂ ਨਾਨਕ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ। ਆਪਣੇ ਜੀਵਨ ਨੂੰ ਸਫਲ ਬਣਾਉਣ ਲਈ ਜੋ ਗੁਰੂਆਂ ਨੇ ਆਖਿਆ ਉਹਨੂੰ ਜੀਵਨ ਵਿੱਚ ਅਪਣਾਈਏ। ਗੁਰ ਕਹਿਆ ਸਾਕਾਰ ਕਮਾਓ। ਉਹ ਸਾਨੂੰ ਕੰਮ ਕਰਨੇ ਚਾਹੀਦੇ ਨੇ, ਜਿਹੜੇ ਕੰਮ ਸਾਨੂੰ ਗੁਰੂ ਸਾਹਿਬ ਨੇ ਕਰਨ ਵਾਸਤੇ ਆਖਿਆ। ਉਹ ਕਰਮ ਤਿਆਗਣੇ ਚਾਹੀਦੇ ਨੇ, ਜਿਹੜੇ ਉਹਨਾਂ ਨੇ ਸਾਨੂੰ ਤਿਆਗਣ ਵਾਸਤੇ ਆਖਿਆ। ਮੱਕੇ ਦੇ ਅੰਦਰ ਕਾਜ਼ੀਆਂ ਦੇ ਨਾਲ, ਹਾਜੀਆਂ ਦੇ ਨਾਲ ਸਵਾਲ ਜਵਾਬ ਹੋ ਰਹੇ ਨੇ। ਰੁਕਨਦੀਨ ਨੇ ਗੁਰੂ ਨਾਨਕ ਸਾਹਿਬ ਨੂੰ ਪਹਿਲਾਂ ਕਈ ਸਵਾਲ ਕੀਤੇ, ਜਿਹੜੇ ਆਪਾਂ ਪਿਛਲੀ ਕਥਾ ਵਿੱਚ ਸਮਝ ਆਏ ਹਾਂ। ਅੱਜ ਜਿਹੜਾ ਉਹ ਸਵਾਲ ਕਰਦੇ ਨੇ, ਆਖਦੇ ਨੇ ਗੁਰੂ ਜੀ ਜੋ ਨਬੀ ਦਾ ਕਲਮਾ ਨਹੀਂ ਪੜ੍ਹਨਗੇ ਦੋਜ਼ਖ ਜਾਣਗੇ। ਦੋਜ਼ਖ ਦਾ ਮਤਲਬ ਹੈ ਜੀ ਨਰਕ, ਕਲਮਾ ਦਾ ਮਤਲਬ ਹੈ ਮੂਲ ਮੰਤਰ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਆਪਾਂ ਨੂੰ ਜਿਹੜੇ ਉਪਦੇਸ਼ ਬਖਸ਼ੇ ਨੇ, ਉਹ ਮੂਲ ਮੰਤਰ ਹਨ। ਕੇਵਲ ਜਿਹੜਾ ਅੱਖਰਾਂ 'ਚ ਲਿਖਿਆ ਹੋਇਆ ਜਪਜੀ ਸਾਹਿਬ ਤੋਂ ਪਹਿਲਾਂ ਆਪਾਂ ਉਸ ਨੂੰ ਮੂਲ ਮੰਤਰ ਆਖਦੇ ਹਾਂ, ਮੰਗਲਾ ਚਰਨ ਵੀ ਆਖਦੇ ਹਾਂ, ਲੇਕਿਨ ਉੱਥੇ ਹੀ ਮੂਲ ਮੰਤਰ ਮੁੱਕ ਨਹੀਂ ਜਾਂਦਾ। ਗੁਰੂ ਨਾਨਕ ਸਾਹਿਬ ਦੀ ਸਮੁੱਚੀ ਬਾਣੀ, ਉਹਨਾਂ ਦੇ ਸਾਰੇ ਉਪਦੇਸ਼ ਸਾਡੇ ਲਈ ਮੂਲ ਮੰਤਰ ਹਨ। ਤੇ ਉਸ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਰੂਪ ਮੂਲ ਮੰਤਰ ਨੂੰ ਅਸੀਂ ਸਮਝਣਾ। ਉਸ ਨੂੰ ਕਲਮਾ ਆਖਦੇ ਨੇ ਇਸਲਾਮ ਵਾਲੇ। ਨਬੀ ਦਾ ਇੱਥੇ ਮਤਲਬ ਸੀ ਮੁਹੰਮਦ ਸਾਹਿਬ ਦਾ ਦੱਸਿਆ ਹੋਇਆ ਉਪਦੇਸ਼, ਯਾਨੀ ਕਲਮਾ, ਯਾਨੀ ਮੂਲ ਮੰਤਰ। ਜਿਹੜੇ ਲੋਕ ਨਹੀਂ ਪੜ੍ਹਨਗੇ ਉਹ ਨਰਕਾਂ ਵਿੱਚ ਪੈ ਜਾਣਗੇ। ਗੁਰੂ ਨਾਨਕ ਸਾਹਿਬ ਨੇ ਜਿਹੜਾ ਅੱਗੋਂ ਜਵਾਬ ਦਿੱਤਾ, ਆਖਣ ਲੱਗੇ ਰੁਕਨਲ ਨੀਅਤ ਰਾਸ ਕਰ, ਦਰਗਾਹ ਪਵੇ ਕਬੂਲ, ਇੱਕੋ ਆਪ ਖੁਦਾਏ ਹੈ ਕੇਤੇ ਨਬੀ ਰਸੂਲ। ਇਸ ਧਰਤੀ ਉੱਤੇ ਕਿੰਨੇ ਨਬੀ, ਕਿੰਨੇ ਰਸੂਲ, ਕਿੰਨੇ ਪੀਰ, ਕਿੰਨੇ ਫਕੀਰ, ਕਿੰਨੇ ਅਵਤਾਰ ਔਲੀਆ ਇਸ ਦੁਨੀਆ ਵਿੱਚ ਆਏ ਤੇ ਚਲੇ ਗਏ। ਆਪਣੀ ਆਪਣੀ ਨੌਬਤ ਵਜਾ, ਆਪਣਾ ਆਪਣਾ ਡੰਕਾ ਵਜਾ, ਪਰ ਉਹ ਇੱਕ ਸਦਾ ਰਹਿੰਦਾ ਹੈ।
ਉਹ ਨਾ ਆਉਂਦਾ ਹੈ ਨਾ ਜਾਂਦਾ ਹੈ। ਜੇ ਤੁਸੀਂ ਦੋਜ਼ਖ ਤੋਂ ਬਚਣਾ ਚਾਹੁੰਦੇ ਹੋ, ਜੇ ਤੁਸੀਂ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋਣਾ ਚਾਹੁੰਦੇ ਹੋ, ਤੇ ਆਪਣੀ ਨੀਅਤ ਨੂੰ ਰਾਸ ਕਰੋ। ਇਹ ਨੀਅਤ ਨੂੰ ਰਾਸ ਕਰਨਾ, ਆਪਣੇ ਵਿਚਾਰਾਂ ਨੂੰ ਦਰੁਸਤ ਕਰਨਾ, ਆਪਣੇ ਅੰਦਰ ਦੀ ਤ੍ਰਿਸ਼ਨਾ, ਆਪਣੇ ਅੰਦਰ ਦੀ ਭਟਕਣਾ, ਉਸ ਉੱਤੇ ਕਾਬੂ ਪਾਉਣਾ, ਆਪਣੇ ਅੰਦਰ ਉੱਠਦੇ ਜਿਹੜੇ ਵਿਚਾਰ ਨੇ, ਜਿਹੜੇ ਫੁਰਨੇ ਨੇ, ਉਹਨਾਂ ਨੂੰ ਰੋਕਣਾ, ਇਸ ਨੂੰ ਨੀਅਤ ਰਾਸ ਕਰਨਾ ਆਖਦੇ ਨੇ। ਫਿਰ ਇਸ ਪਾਸਿਓਂ ਰੋਕ ਕੇ ਭਲੇ ਪਾਸੇ ਵਿਚਾਰਾਂ ਨੂੰ ਜੋੜਨਾ। ਗੁਰੂ ਸਾਹਿਬ ਨੇ ਜਦੋਂ ਉਹਨੂੰ ਇਹ ਗੱਲ ਸਮਝਾਈ ਕਿ ਨੀਅਤ ਰਾਸ ਕਰਨੀ ਜ਼ਰੂਰੀ ਹੈ ਰੱਬੀ ਦਰਗਾਹ ਵਿੱਚ ਪ੍ਰਵਾਨ ਹੋਣ ਲਈ, ਨਬੀ ਤੇ ਰਸੂਲ ਆਉਂਦੇ ਨੇ, ਚਲੇ ਜਾਂਦੇ ਨੇ ਆਪਣੀਆਂ ਸਿੱਖਿਆਵਾਂ ਦੇ ਕੇ। ਉਹਨਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣਾ ਚਾਹੀਦਾ, ਤਾਂ ਵਾਹਿਗੁਰੂ ਦੇ ਦਰ 'ਤੇ ਕਬੂਲ ਹੋਈਦਾ ਹੈ। ਕੇਵਲ ਕਲਮਾ ਪੜ੍ਹ ਕੇ ਕਬੂਲ ਨਹੀਂ ਹੋ ਸਕੀਦਾ। ਅਗਲਾ ਉਸ ਦਾ ਸਵਾਲ ਸੀ, ਬਜ਼ੁਰਗ ਕੌਣ ਹੈ? ਆਪਾਂ ਵੈਸੇ ਜ਼ਿਆਦਾਤਰ ਬਜ਼ੁਰਗ ਉਮਰ ਦੇ ਹਿਸਾਬ ਨਾਲ ਮਿੱਥਦੇ ਹਾਂ। ਜਿਸ ਵਿਅਕਤੀ ਦੀ ਦਾੜ੍ਹੀ ਚਿੱਟੀ ਹੋ ਗਈ ਹੋਵੇ, ਉਹਨੇ ਮੇਰੇ ਵਾਂਗੂ ਭਾਵੇਂ ਭੇਖ ਹੀ ਧਾਰਨ ਕੀਤਾ ਹੋਵੇ ਚਿੱਟਿਆਂ ਕੱਪੜਿਆਂ ਦਾ, ਉਸ ਨੂੰ ਆਪਾਂ ਬਜ਼ੁਰਗ ਸਮਝਦੇ ਹਾਂ ਵੀ ਇਹ ਬਜ਼ੁਰਗ ਹੈ। ਗੁਰੂ ਜੀ ਦੀ ਨਿਗਾਹ ਵਿੱਚ ਇਹੋ ਜਿਹਾ ਕੋਈ ਬਜ਼ੁਰਗ ਨਹੀਂ ਹੁੰਦਾ। ਕਈ ਵਾਰੀ ਬਜ਼ੁਰਗ ਇਸ ਵੱਡੀ ਉਮਰ ਵਿੱਚ ਜਾ ਕੇ ਬੱਚਿਆਂ ਵਾਲੀਆਂ ਗੱਲਾਂ ਕਰ ਜਾਂਦੇ ਨੇ। ਕਈ ਵਾਰੀ ਬੜੀ ਛੋਟੀ ਉਮਰ ਦੇ ਬੱਚੇ ਬੜੀਆਂ ਸਿਆਣੀਆਂ ਗੱਲਾਂ ਕਰਦੇ ਨੇ। ਗੁਰੂ ਜੀ ਦਾ ਮੰਨਣਾ ਹੈ ਕਿ ਬਜ਼ੁਰਗੀ ਉਮਰ ਨਾਲ ਨਹੀਂ ਆਉਂਦੀ, ਸਗੋਂ ਬਜ਼ੁਰਗੀ ਸਿਆਣਪ ਨਾਲ ਪਰਖੀ ਜਾਣੀ ਚਾਹੀਦੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਭਗਤ ਪ੍ਰਹਿਲਾਦ, ਭਗਤ ਧਰੂ ਜੀ ਇਤਿਆਦਿਕ ਜਿਹੜੇ ਛੋਟੀ ਉਮਰ ਵਿੱਚ ਰੱਬ ਨਾਲ ਜੁੜੇ, ਮਾਨਵਤਾ ਨੂੰ ਸੇਧਾਂ ਬਖਸ਼ੀਆਂ, ਅਸਲ ਵਿੱਚ ਉਹ ਬਜ਼ੁਰਗ ਸਨ। ਗੁਰੂ ਮਹਾਰਾਜ ਨੇ ਜਿਹੜੇ ਬਚਨ ਆਖੇ, ਜਿਸ ਦੀ ਨੀਅਤ ਰਾਸ ਹੈ, ਸਹੀ ਅਰਥਾਂ ਵਿੱਚ ਉਹ ਬਜ਼ੁਰਗ ਹੈ। ਸਤਬੀਰ ਸਿੰਘ ਹੋਰਾਂ ਨੇ ਅੱਗੇ ਲਿਖਿਆ ਹੈ ਕਿ ਜਿਹੜਾ ਵਿਅਕਤੀ ਗੁਣਾਂ ਦਾ ਗਾਹਕ ਹੋਵੇ ਉਹ ਬਜ਼ੁਰਗ ਹੁੰਦਾ ਹੈ। ਜਿਹੜਾ ਵਿਅਕਤੀ ਔਗਣਾਂ ਦਾ ਤਿਆਗ ਕਰੇ ਉਹ ਬਜ਼ੁਰਗ ਹੁੰਦਾ ਹੈ। ਕੇਵਲ ਗੱਲਾਂ ਨਾਲ, ਕੇਵਲ ਉਮਰ ਨਾਲ, ਕੇਵਲ ਕਿਸੇ ਵੱਖਰੇ ਢੰਗ ਤਰੀਕੇ ਦਾ ਬਾਣਾ ਪਹਿਨਣ ਨਾਲ ਬਜ਼ੁਰਗੀ ਨਹੀਂ ਆਉਂਦੀ। ਬਜ਼ੁਰਗੀ ਸਿਆਣਪ ਨਾਲ, ਸ਼ੁਭ ਗੁਣਾਂ ਨਾਲ, ਤੇ ਉਹ ਸਾਰੀਆਂ ਚੀਜ਼ਾਂ ਤਿਆਗਣ ਨਾਲ ਜਿਨ੍ਹਾਂ ਨੂੰ ਸਮਾਜ ਵਿੱਚ ਮਾੜਾ ਆਖਿਆ ਜਾਂਦਾ ਹੈ। ਫਿਰ ਬਜ਼ੁਰਗੀ ਦੇ ਰਸਤੇ 'ਤੇ ਕੋਈ ਮਨੁੱਖ ਚੱਲਦਾ ਹੈ। ਗੁਰੂ ਮਹਾਰਾਜ ਨੇ ਇਹ ਜਿਹੜੀਆਂ ਦੋ ਚੀਜ਼ਾਂ ਇਹਨਾਂ ਦੋ ਸਵਾਲਾਂ ਵਿੱਚ ਆਈਆਂ, ਇੱਕ ਨੀਅਤ ਆਈ ਤੇ ਇੱਕ ਕਲਮਾ ਆਇਆ। ਇਹਨਾਂ ਦੋਹਾਂ ਚੀਜ਼ਾਂ ਨੂੰ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਇਸ ਪ੍ਰਕਾਰ ਦੱਸਿਆ ਹੋਇਆ। ਇਸਲਾਮ ਮਤ ਦੇ ਲੋਕਾਂ ਨਾਲ, ਹਾਜ਼ੀਆਂ, ਮੁੱਲਾ ਮੁਲਾਣਿਆਂ ਦੇ ਨਾਲ ਗੱਲਬਾਤ ਕਰਦਿਆਂ ਸਤਿਗੁਰੂ ਜੀ ਨੇ ਆਖਿਆ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸਨਾਏ, ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ। ਜੇ ਤੁਸੀਂ ਮੁਸਲਮਾਨ ਆਪਣੇ ਆਪ ਨੂੰ ਅਖਵਾਉਂਦੇ ਹੋ ਜਾਂ ਅਖਵਾਉਣਾ ਚਾਹੁੰਦੇ ਹੋ, ਫਿਰ ਤੁਹਾਨੂੰ ਪਹਿਲੀ ਨਮਾਜ਼ ਜਿਹੜੀ ਤੁਸੀਂ ਅਦਾ ਕਰਦੇ ਹੋ ਉਹ ਸੱਚ ਦੀ ਹੋਣੀ ਚਾਹੀਦੀ ਹੈ। ਤੁਹਾਡੇ ਜੀਵਨ ਵਿੱਚ ਸੱਚ ਉਤਰ ਗਿਆ ਹੋਵੇ,
ਨਮਾਜ਼ ਪੜ੍ਹੀ ਏ ਲੇਕਿਨ ਸਾਰਾ ਦਿਨ ਝੂਠ ਬੋਲਦਾ। ਸਵੇਰੇ ਮੈਂ ਜਪਜੀ ਸਾਹਿਬ ਦਾ ਪਾਠ ਕੀਤਾ ਹੈ ਲੇਕਿਨ ਸਾਰਾ ਦਿਨ ਮੈਂ ਉਹ ਕਰਮ ਕੀਤੇ ਨੇ ਜਿਨ੍ਹਾਂ ਕਰਮਾਂ ਨੂੰ ਜਪਜੀ ਸਾਹਿਬ ਵਿੱਚ ਰੋਕਿਆ ਗਿਆ। ਫਿਰ ਮੇਰੇ ਉਸ ਜਪਜੀ ਪੜ੍ਹੇ ਦਾ, ਉਹ 5-7 ਬਾਣੀਆਂ ਪੜ੍ਹੇ ਦਾ, ਉਹ ਨਮਾਜ਼ ਅਦਾ ਕੀਤੇ ਦਾ ਕੋਈ ਬਹੁਤਾ ਲਾਭ ਨਹੀਂ ਹੋਣਾ। ਉਹ ਫਿਰ ਇੱਕ ਕਰਮ ਕਾਂਡ, ਇੱਕ ਪਖੰਡ ਬਣ ਕੇ ਰਹਿ ਜਾਏਗਾ। ਹਲਾਲ ਦੋਏ, ਦੂਜੀ ਨਮਾਜ਼। ਹਲਾਲ ਦਾ ਮਤਲਬ ਹੈ ਧਰਮ ਦੀ ਕਿਰਤ, ਚੰਗੇ ਕਰਮ ਕਰਕੇ ਮਿਹਨਤ ਦਾ ਖਾਣਾ। ਤੀਜਾ ਖੈਰ ਖੁਦਾਏ, ਪਰਮਾਤਮਾ ਕੋਲੋਂ ਸਰਬੱਤ ਦੇ ਭਲੇ ਦੀ ਮੰਗ ਕਰਨੀ। ਇਹ ਤੀਜੀ ਨਮਾਜ਼ ਹੋਣੀ ਚਾਹੀਦੀ ਹੈ। ਨੀਅਤ ਦੀ ਗੱਲ ਕਰਦਿਆਂ ਉਹਨਾਂ ਆਖਿਆ ਚੌਥੀ ਨੀਅਤ ਰਾਸ ਮਨ। ਚੌਥੀ ਨਮਾਜ਼ ਤੁਹਾਡੀ ਮਨ ਕਰਕੇ, ਤੁਹਾਡੀ ਨੀਅਤ ਜਿਹੜੀ ਏ ਉਹ ਸਾਫ਼ ਹੋਣੀ ਚਾਹੀਦੀ ਏ। ਤੁਹਾਡੀ ਨੀਅਤ ਮਾੜੀ ਨਾ ਹੋਵੇ। ਕਈ ਵਾਰੀ ਨਾ ਕਰਮ ਕਰਦਿਆਂ, ਜ਼ਿੰਦਗੀ ਵਿੱਚ ਵਿਚਰਦਿਆਂ ਸਾਡੇ ਕੋਲੋਂ ਕਿਸੇ ਦਾ ਕੁਝ ਨੁਕਸਾਨ ਹੋ ਜਾਂਦਾ ਹੈ। ਕਿਸੇ ਪ੍ਰਤੀ ਕੋਈ ਮਾੜੇ ਸ਼ਬਦ ਬੋਲੇ ਜਾ ਸਕੇ ਹੋਣਗੇ, ਕਿਸੇ ਦਾ ਕੁਝ ਵਿਚਾਰਾਂ ਕਰਕੇ ਮਾੜਾ ਚਿਤਵਿਆ ਜਾ ਚੁੱਕਾ ਹੋਏਗਾ। ਉਸ ਨੂੰ ਮਾੜੀ ਨੀਅਤ ਨਹੀਂ ਆਖਦੇ। ਕਈ ਚੀਜ਼ਾਂ ਹੁੰਦੀਆਂ ਨੇ ਸਾਡੇ ਤੋਂ ਸਹਿ ਸੁਭਾਏ ਕੁਝ ਗਲਤ ਹੋ ਜਾਂਦਾ ਹੈ। ਕਈ ਚੀਜ਼ਾਂ ਹੁੰਦੀਆਂ ਨੇ ਅਸੀਂ ਜਾਣ ਬੁੱਝ ਕੇ ਕਿਸੇ ਦਾ ਕੋਈ ਨੁਕਸਾਨ ਕਰਦੇ ਹਾਂ। ਉਹ ਜਿਹੜਾ ਕੁਛ ਗਲਤ ਕਰਮ ਜਾਣ ਬੁੱਝ ਕੇ ਕੀਤਾ ਜਾਏ ਉਸ ਨੂੰ ਮਾੜੀ ਨੀਅਤ ਆਖਦੇ ਨੇ। ਪਰ ਜੇ ਕੋਈ ਸਹਿ ਸੁਭਾਏ ਮਾੜਾ ਹੋ ਗਿਆ ਹੈ ਪਰ ਉਹ ਕਰਨ ਦੀ ਸਾਡੀ ਨੀਅਤ ਨਹੀਂ ਸੀ, ਉਸ ਨੂੰ ਮਾੜੀ ਨੀਅਤ ਨਹੀਂ ਆਖਿਆ ਜਾ ਸਕਦਾ। ਸੋ ਮਨ ਕਰਕੇ ਸਭਨਾਂ ਦਾ ਭਲਾ ਸੋਚਣਾ, ਰੱਬ ਕੋਲੋਂ ਸਭਨਾਂ ਦੇ ਭਲੇ ਦੀ ਮੰਗ ਕਰਨਾ, ਮਿਹਨਤ ਦੀ ਕਮਾਈ ਖਾਣੀ, ਜੀਵਨ ਵਿੱਚ ਸੱਚ ਨੂੰ ਅਪਣਾਉਣਾ। ਪੰਜਵੀਂ ਸਿਫਤ ਸੁਨਾਏ, ਉਸ ਮਾਲਕ ਦੀ ਸਦਾ ਸਿਫਤ ਕਰਦੇ ਰਹਿਣਾ, ਵਡਿਆਈ ਕਰਦੇ ਰਹਿਣਾ ਜਿਸ ਮਾਲਕ ਨੇ ਸਾਨੂੰ ਇਹ ਸੋਹਣਾ ਜੀਵਨ ਦਿੱਤਾ ਹੈ, ਜਿਸ ਮਾਲਕ ਨੇ ਜੀਵਨ ਜਿਉਣ ਲਈ ਸੁੱਖ ਤੇ ਸਹੂਲਤਾਂ ਬਖਸ਼ੀਆਂ ਨੇ। ਇਹ ਜੇ ਤੁਹਾਡੀਆਂ ਨਮਾਜ਼ਾਂ ਹੋਣ ਤੇ ਤੁਹਾਡੀ ਨੀਅਤ ਸਾਫ਼ ਹੋਵੇ ਤੇ ਇਹ ਤੁਹਾਡੀਆਂ ਨਮਾਜ਼ਾਂ ਵੀ ਅੱਲਾ ਦੇ ਦਰ ਤੇ ਪ੍ਰਵਾਨ ਹੋ ਸਕਦੀਆਂ ਨੇ। ਇਹਨੂੰ ਆਪਾਂ ਦੂਜੀ ਤਰ੍ਹਾਂ ਵੀ ਆਖ ਸਕਦੇ ਹਾਂ, ਸਾਡੀ ਪੜ੍ਹੀ ਹੋਈ ਬਾਣੀ, ਸਾਡੇ ਕੀਤੇ ਹੋਏ ਪਾਠ, ਸਾਡੀ ਕੀਤੀ ਹੋਈ ਸੇਵਾ ਰੱਬ ਦੀ ਦਰਗਾਹ ਵਿੱਚ ਕਬੂਲ ਹੋ ਸਕਦੀ ਏ ਜੇ ਆ ਉੱਤੇ ਦੱਸੇ 5 ਗੁਣ ਆ ਗਏ ਹੋਣ। ਜੇ ਇਹ 5 ਗੁਣ ਨਹੀਂ ਆਏ ਤੇ ਫਿਰ ਅਸੀਂ ਜੋ ਕੁਛ ਕਰਦੇ ਹਾਂ ਉਹ ਪਤਾ ਨਹੀਂ ਕਿਉਂ ਕਰਦੇ ਹਾਂ। ਉਹ ਅਸੀਂ ਆਪੇ ਸੋਚਣਾ ਹੈ ਆਪਣੇ ਬਾਰੇ। ਕਰਨੀ ਕਲਮਾ ਆਖ ਕੇ, ਕਲਮਾ ਕਿਹੜਾ ਹੋਣਾ ਚਾਹੀਦਾ? ਤੁਹਾਡੀ ਚੰਗੀ ਕਰਨੀ ਹੋਣੀ ਚਾਹੀਦੀ ਹੈ। ਤੇ ਕਰਨੀ ਵਿੱਚ ਕੇਵਲ 5 ਚੀਜ਼ਾਂ ਨਹੀਂ ਹੁੰਦੀਆਂ, ਕਰਨੀ ਵਿੱਚ ਉਹ ਹਰ ਚੀਜ਼ ਆਉਂਦੀ ਏ। ਚਾਹੇ ਅਸੀਂ ਆਪਣੇ ਬੋਲਾਂ ਦੁਆਰਾ ਪ੍ਰਗਟ ਕਰੀਏ, ਚਾਹੇ ਮਨ ਦੇ ਫੁਰਨਿਆਂ ਦੁਆਰਾ ਸਾਡੇ ਅੰਦਰੋਂ ਪੈਦਾ ਹੋਵੇ, ਜਾਂ ਅਸੀਂ ਹੱਥੀਂ ਕੁਝ ਕਰੀਏ। ਮਨ, ਬਚ ਤੇ ਕਰਮ ਇਸ ਨੂੰ ਕਹਿੰਦੇ ਨੇ। ਮਨ ਕਰਕੇ, ਬਚਨਾ ਕਰਕੇ ਤੇ ਕਰਮਾਂ ਦੁਆਰਾ ਸਾਡੀ ਕਰਨੀ ਚੰਗੀ ਹੋਣੀ ਚਾਹੀਦੀ ਹੈ। ਅਸੀਂ ਕਿਸੇ ਦੇ ਪ੍ਰਤੀ ਮਾੜਾ ਮਨ ਵਿੱਚ ਚਿਤਵੀਏ ਨਾ, ਮਾੜਾ ਸੋਚੀਏ ਨਾ, ਮਾੜੇ ਬਚਨ ਨਾ ਬੋਲੀਏ, ਕਿਸੇ ਦਾ ਦਿਲ ਨਾ ਦੁਖਾਈਏ। ਜੋ ਤੋ ਪ੍ਰਿਆ ਦੀ ਸਿੱਕ, ਹਿਆਉ ਨਾ ਠਾਹੇ ਕਹੀ ਦਾ। ਕਿਸੇ ਦਾ ਵੀ ਕਦੇ ਦਿਲ ਨਹੀਂ ਦਿਖਾਉਣਾ ਚਾਹੀਦਾ। ਜੇ ਪਿਆਰੇ ਨੂੰ ਮਿਲਣ ਦੀ ਤਾਂਘ ਹੈ ਮਨ ਵਿੱਚ ਤਾਂ ਫਿਰ ਮਨ ਕਰਕੇ, ਬਚਨਾ ਕਰਕੇ ਤੇ ਕਰਮਾਂ ਕਰਕੇ, ਹੱਥੀਂ ਪੈਰੀਂ ਚੱਲ ਕੇ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੀਦਾ। ਜੇ ਇਹ ਸਾਰੀਆਂ ਚੀਜ਼ਾਂ ਸਾਡੇ ਜੀਵਨ ਵਿੱਚ ਆ ਜਾਣ ਤਾਂ ਮੁਸਲਮਾਨ ਸਦਾਏ ਕੋਈ ਮੁਸਲਮਾਨ ਅਖਵਾ ਸਕਦਾ ਹੈ। ਸਾਨੂੰ ਤਾਂ ਗੁਰੂ ਜੀ ਨੇ ਆਖਿਆ ਕਿ ਜੇ ਤੂੰ ਗੁਰੂ ਦਾ ਸਿੱਖ ਅਖਵਾਉਣਾ ਚਾਹੁੰਦਾ ਹੈ
ਤੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਇਹ ਸਾਰਾ ਸ਼ਲੋਕ ਤੁਸੀਂ ਪੜ੍ਹ ਵੇਖਣਾ। ਬਸ ਜੇ ਇਹ ਸ਼ਬਦਾਂ ਵਿੱਚ ਗੁਰੂਆਂ ਦੀਆਂ ਸਿੱਖਿਆਵਾਂ ਵਿੱਚ ਦਿੱਤੇ ਹੋਏ ਉਪਦੇਸ਼ ਸਾਡੇ ਜੀਵਨ ਵਿੱਚ ਉਤਰ ਜਾਂਦੇ ਨੇ, ਅਸੀਂ ਚੰਗੇ ਸਿੱਖ ਹਾਂ, ਚੰਗੇ ਹਿੰਦੂ ਹਾਂ, ਚੰਗੇ ਮੁਸਲਮਾਨ ਹਾਂ ਤੇ ਬਾਕੀ ਵੀ ਸਭ ਚੰਗੇ ਹਾਂ। ਜੇ ਇਹ ਗੁਣ ਸਾਡੀ ਜ਼ਿੰਦਗੀ 'ਚ ਨਹੀਂ ਆਉਂਦੇ ਤੇ ਫਿਰ ਅਸੀਂ ਬਾਕੀ ਜੋ ਕੁਝ ਕਰ ਰਹੇ ਹਾਂ ਉਹ ਲੋਕ ਵਿਖਾਵਾ ਹੋ ਸਕਦਾ ਹੈ, ਉਹ ਕਰਮ ਕਾਂਡ ਹੋ ਸਕਦੇ ਨੇ, ਉਹ ਕੁਝ ਹੋਰ ਹੋ ਸਕਦਾ ਹੈ। ਪਰ ਉਹ ਸਿੱਖੀ ਦੇ ਗੁਣ, ਮੁਸਲਮਾਨਾਂ ਦੇ ਗੁਣ, ਹਿੰਦੂਆਂ ਦੇ ਦੱਸੇ ਹੋਏ ਵੇਦਾਂ ਸ਼ਾਸਤਰਾਂ ਦੇ ਗੁਣ ਉਹ ਨਹੀਂ ਹੋ ਸਕਦੇ। ਰੁਕਨਦੀਨ ਦੇ ਨਾਲ ਇੱਕ ਫਕੀਰ ਬਹਾਉਦੀਨ, ਰੁਕਨਦੀਨ ਨਾਲ ਗੱਲ ਹੋ ਹੀ ਰਹੀ ਏ ਤੇ ਬਹਾਉਦੀਨ ਵਿੱਚੋਂ ਹੀ ਬੋਲ ਉੱਠਿਆ। ਆਖਣ ਲੱਗਾ, ਪੀਰ ਜੀ, ਵੈਸੇ ਉਹ ਗੁਰੂ ਜੀ ਨਹੀਂ ਸਨ ਆਖਦੇ, ਉਹ ਜਾਂ ਪੀਰ ਆਖਦੇ ਸਨ ਜਾਂ ਉਹ ਅੱਲਾ ਦਾ ਪਿਆਰਾ ਕਹਿੰਦੇ ਸਨ। ਅੱਲਾ ਦੇ ਪਿਆਰੇ, ਇਹ ਦੱਸ ਰੂਹ ਤੇ ਖੁਦਾ ਦਾ ਭੇਦ ਕੀ ਹੈ? ਅਸੀਂ ਆਖਦੇ ਹਾਂ ਅਸੀਂ ਖੁਦਾ ਨੂੰ ਮਿਲਣਾ ਹੈ, ਅਸੀਂ ਆਖਦੇ ਹਾਂ ਖੁਦਾ ਦੀ ਰੂਹ ਹੈ ਸਾਡੇ ਅੰਦਰ। ਇਹਦੇ ਵਿੱਚ ਭੇਦ ਕੀ ਹੈ? ਜੇ ਰੂਹ ਪਰਮਾਤਮਾ ਦੀ, ਖੁਦਾ ਦੀ ਰੂਹ ਸਾਡੇ ਅੰਦਰ ਹੈ ਤੇ ਫਿਰ ਸਾਡੇ ਤੇ ਉਹਦੇ ਵਿੱਚ ਫਰਕ ਕੀ ਹੋ ਗਿਆ? ਇਹ ਭੇਦ ਪੁੱਛਿਆ ਉਸਨੇ। ਗੁਰੂ ਨਾਨਕ ਸਾਹਿਬ ਨੇ ਆਖਿਆ, ਰੂਹ ਖੁਦਾਏ ਨਾ ਭੇਦ ਕਿਛ, ਰਹਿਸਨ ਇੱਕੋ ਥਾਏ, ਸੱਚੀ ਇਹੋ ਬੰਦਗੀ, ਰਹਿਣਾ ਖੁਸ਼ੀ ਰਜ਼ਾਏ। ਖੁਦਾ ਵਿੱਚ ਤੇ ਰੂਹ ਵਿੱਚ ਕੋਈ ਵੀ ਭਿੰਨ ਭੇਦ ਨਹੀਂ। ਆਪਾਂ ਜਦੋਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਉਹਨਾਂ ਨੇ ਬੜਾ ਸਾਫ਼ ਲਿਖਿਆ ਹੋਇਆ, ਕਹੋ ਕਬੀਰ ਇਹ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮੰਸ। ਮੰਸ ਦਾ ਮਤਲਬ ਮਸ ਮੈਨੇ ਸਿਆਹੀ। ਜਿਵੇਂ ਆਪਾਂ ਪੈਨ ਲੈ ਕੇ ਕਾਗਜ਼ ਉੱਤੇ ਕੋਈ ਅੱਖਰ ਲਿਖ ਦਿੰਦੇ ਆ, ਉਹ ਸਿਆਹੀ ਤੇ ਕਾਗਜ਼ ਇਸ ਤਰ੍ਹਾਂ ਆਪਸ ਵਿੱਚ ਜੁੜ ਜਾਂਦੇ ਨੇ ਕਿ ਉਹਨਾਂ ਨੂੰ ਹੁਣ ਵੱਖਰਿਆਂ ਨਹੀਂ ਕੀਤਾ ਜਾ ਸਕਦਾ। ਉਹ ਦੋਵੇਂ ਇੱਕ ਮਿੱਕ ਹੋ ਜਾਂਦੇ ਨੇ। ਇਸ ਤਰ੍ਹਾਂ ਜਿਸ ਤਰ੍ਹਾਂ ਕਾਗਜ਼ ਉੱਤੇ ਲਿਖੇ ਹੋਏ ਅੱਖਰਾਂ ਨੂੰ ਫਿਰ ਨਹੀਂ ਹਟਾਇਆ ਜਾ ਸਕਦਾ, ਇਸ ਤਰ੍ਹਾਂ ਪਰਮਾਤਮਾ ਤੇ ਰੂਹ ਇਹ ਦੋਵੇਂ ਇੱਕ ਹਨ। ਬਸ ਭੇਦ ਵਿੱਚ ਕੀ ਏ? ਭੇਦ ਇੰਨਾ ਕੀ ਏ ਕਿ ਪਰਮਾਤਮਾ ਨੇ ਇੱਕ ਤਮਾਸ਼ਾ ਰਚਿਆ, ਇੱਕ ਖੇਡ ਬਣਾਈ ਸੰਸਾਰ ਵਾਲੀ, ਜਿਸ ਖੇਡ ਵਿੱਚ ਖੇਡਦਿਆਂ ਖੇਡਦਿਆਂ ਅਸੀਂ ਇੰਨੇ ਦੂਰ ਚਲੇ ਗਏ ਖੇਡਦੇ ਖੇਡਦੇ ਕਿ ਮੁੜ ਕੇ ਘਰ ਵਾਪਸ ਆਉਣਾ ਸਾਨੂੰ ਯਾਦ ਨਾ ਰਿਹਾ। ਗੱਲ ਇੰਨੀ ਕੀ ਹੈ। ਕਈ ਵਾਰੀ ਹੁੰਦਾ ਬੱਚੇ ਘਰੋਂ ਨਿਕਲਦੇ ਨੇ ਖੇਡਣ ਲਈ, ਉਹ ਖੇਡਦੇ ਖੇਡਦੇ ਇੰਨੀ ਦੂਰ ਚਲੇ ਜਾਂਦੇ ਨੇ, ਰਾਤ ਪੈ ਜਾਂਦੀ ਹੈ। ਬਸ ਸਾਡੇ ਨਾਲ ਕੁਝ ਇਸ ਤਰ੍ਹਾਂ ਦਾ ਹੀ ਹੋਇਆ। ਅਸੀਂ ਇਸ ਦੁਨਿਆਵੀ ਸੰਸਾਰਿਕ ਖੇਡ ਨੂੰ, ਮਾਇਆਵੀ ਖੇਡ ਨੂੰ ਖੇਡਦੇ ਖੇਡਦੇ ਰੱਬ ਤੋਂ ਇੰਨੇ ਦੂਰ ਚਲੇ ਗਏ ਕਿ ਸਾਨੂੰ ਹੁਣ ਭੁੱਲ ਹੀ ਗਿਆ ਕਿ ਅਸੀਂ ਖੇਡਣ ਲਈ ਆਏ ਸਾਂ। ਅਸੀਂ ਇਸ ਖੇਡ ਨੂੰ ਹੀ ਆਪਣਾ ਜੀਵਨ ਸਮਝ ਲਿਆ, ਇਸ ਖੇਡ ਨੂੰ ਹੀ ਆਪਣਾ ਸਭ ਕੁਝ ਸਮਝ ਲਿਆ। ਆਪਣਾ ਘਰ, ਆਪਣਾ ਬਾਰ, ਆਪਣੀ ਜਾਇਦਾਦ, ਇਹ ਖੇਡ ਬਣ ਗਈ। ਗੁਰੂ ਜੀ ਨੇ ਇਸ ਨੂੰ ਸੁਪਨਾ ਵੀ ਆਖਿਆ ਤੇ ਫਿਰ ਆਖਿਆ, ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਇਸ ਮੂਰਖ ਬੰਦੇ ਨੇ ਜਿਹੜਾ ਸੁੱਤਿਆਂ ਪਿਆ ਨੂੰ ਸੁਪਨਾ ਆਇਆ ਸੀ, ਉਹ ਸੁਪਨੇ ਦੇ ਨਾਲ ਹੀ ਆਪਣਾ ਚਿੱਤ ਜੋੜ ਲਿਆ ਤੇ ਸੁਪਨੇ ਦਾ ਰੂਪ ਹੀ ਬਣ ਗਿਆ। ਇਹ ਜਾਗਦਿਆਂ ਦਾ ਸੁਪਨਾ, ਸੁਪਨਾ ਵੇਖਦੇ ਵੇਖਦੇ ਅਸੀਂ ਸੁਪਨਾ ਹੀ ਬਣ ਗਏ। ਸਾਨੂੰ ਭੁੱਲ ਹੀ ਗਿਆ ਕਿ ਇਸ ਸੁਪਨੇ ਤੋਂ ਪਰਾਂ ਸਾਡੀ ਉੱਠ ਕੇ ਵੀ ਕੋਈ ਜ਼ਿੰਦਗੀ ਹੈ, ਉਹ ਸਾਨੂੰ ਭੁੱਲ ਗਈ। ਰੂਹ ਖੁਦਾਏ ਨਾ ਭੇਦ ਕਿਛ, ਰਹਿਸਨ ਇੱਕੋ ਥਾਏ।
ਖੁਦਾ ਤੇ ਰੂਹ ਇਹਨਾਂ ਵਿੱਚ ਕੋਈ ਭਿੰਨ ਭੇਦ ਨਹੀਂ, ਇਹ ਦੋਵੇਂ ਇਕੱਠੇ ਇੱਕੋ ਥਾਂ ਹੀ ਰਹਿੰਦੇ ਨੇ। ਫਿਰ ਇਹਨਾਂ ਦਾ ਭੇਦ ਕਿਵੇਂ ਪਤਾ ਲੱਗੇ? ਸੱਚੀ ਇਹੋ ਬੰਦਗੀ ਰਹਿਣਾ ਖੁਸ਼ੀ ਰਜ਼ਾਏ, ਉਸ ਪਰਮ ਪਿਤਾ ਪਰਮਾਤਮਾ ਦੀ ਰਜ਼ਾ ਵਿੱਚ ਖੁਸ਼ ਰਹਿਣਾ, ਇਹੋ ਹੀ ਸੱਚੀ ਬੰਦਗੀ ਏ। ਤੇ ਜਿਹੜਾ ਕੋਈ ਮਨੁੱਖ ਇਸ ਬੰਦਗੀ ਨੂੰ ਕਰਨ ਲੱਗ ਪਵੇ, ਉਹਦੇ ਅੰਦਰੋਂ ਇਹ ਰੂਹ ਦਾ ਤੇ ਖੁਦਾ ਦਾ ਜਿਹੜਾ ਭੇਦ ਬਣਿਆ ਹੋਇਆ, ਇਹ ਭੇਦ ਫਿਰ ਮਿਟ ਜਾਂਦਾ। ਇਹ ਭੇਦ ਨਹੀਂ ਰਹਿ ਜਾਂਦਾ, ਸਗੋਂ ਦੋਵੇਂ ਇੱਕ ਮਿੱਕ ਹੋ ਜਾਂਦੇ ਨੇ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਸਮਝਾਉਂਦਿਆਂ ਇਹ ਬਚਨ ਆਖੇ ਸਨ, ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੈ, ਤਉ ਨਾਨਕ ਸਰਬ ਜੀਆਂ ਮਹਿਰਮਤ ਹੋਏ, ਤਾਂ ਮੁਸਲਮਾਨ ਕਹਾਵੇ। ਰੱਬ ਦੀ ਰਜ਼ਾ ਨੂੰ ਸਿਰ ਮੱਥੇ ਤੇ ਮੰਨਣਾ। ਜੋ ਵੀ ਵਾਹਿਗੁਰੂ ਜੀ ਪਰਮਾਤਮਾ ਅੱਲਾ ਖੁਦਾ ਕਰਦਾ ਹੈ, ਉਸ ਨੂੰ ਬਸ ਇਸ ਤਰ੍ਹਾਂ ਜਾਣਨਾ ਕਿ ਉਸ ਮਾਲਕ ਨੇ ਜੋ ਕੁਛ ਵੀ ਮੇਰੀ ਜ਼ਿੰਦਗੀ 'ਚ ਹੋ ਰਿਹਾ ਹੈ, ਉਹ ਸਭ ਕੁਛ ਮੇਰੇ ਭਲੇ ਲਈ ਹੋ ਰਿਹਾ, ਮੇਰੇ ਕਿਸੇ ਚੰਗੇ ਲਈ ਮਾਲਕ ਨੇ ਕੀਤਾ। ਜੋ ਵੀ ਵਾਪਰਿਆ ਮੇਰੀ ਜ਼ਿੰਦਗੀ 'ਚ, ਭਾਵੇਂ ਕਈ ਚੀਜ਼ਾਂ ਨੇ ਜ਼ਿੰਦਗੀ ਜਿਉਂਦਿਆਂ ਸਾਡੇ ਨਾਲ ਹਾਦਸੇ ਵਾਪਰਦੇ ਨੇ, ਸਾਨੂੰ ਉਹ ਚੰਗੇ ਨਹੀਂ ਲੱਗਦੇ, ਲੇਕਿਨ ਉਹ ਸਾਡੇ ਅਸਲ ਵਿੱਚ ਚੰਗੇ ਲਈ ਹੀ ਹੁੰਦੇ ਨੇ। ਜੇ ਅਸੀਂ ਰੱਬੀ ਰਾਹ 'ਤੇ ਤੁਰਦੇ ਹਾਂ ਤੇ ਫਿਰ ਇਹ ਸਮਝ ਆ ਜਾਂਦੀ ਹੈ। ਕਰਤਾ ਮੰਨੇ, ਕਰਤੇ ਨੂੰ ਮੰਨਣਾ ਭਾਵ ਇਹੀ ਸੋਚਣਾ ਜ਼ਿੰਦਗੀ ਵਿੱਚ ਕਿ ਕਰ ਹੈ ਰਾਮ ਹੋਏ ਹੈ ਸੋਏ। ਜੋ ਪਰਮਾਤਮਾ ਵਾਹਿਗੁਰੂ ਜੀ ਕਰਦੇ ਨੇ, ਕੇਵਲ ਉਹ ਹੀ ਹੁੰਦਾ ਹੈ, ਬਾਕੀ ਕੁਝ ਹੁੰਦਾ ਨਹੀਂ। ਇਹਦਾ ਮਤਲਬ ਆਪਾਂ ਇਹ ਵੀ ਨਹੀਂ ਲੈ ਲੈਣਾ ਕਿ ਆਪਾਂ ਹੱਥ ਤੇ ਹੱਥ ਰੱਖ ਕੇ ਬੈਠੇ ਰਹੀਏ ਤੇ ਸੋਚਦੇ ਰਹੀਏ ਕਿ ਕਰਤਾ ਕਰੇਗਾ ਤੇ ਹੋ ਜਾਏਗਾ। ਇਸ ਤਰ੍ਹਾਂ ਨਹੀਂ ਹੁੰਦਾ। ਕਰਤਾ ਨੇ ਆ ਸਰੀਰ, ਇਹਦੀ ਬਣਤਰ ਬਣਾਈ ਹੀ ਇਹੋ ਜਿਹੀ ਏ ਕਿ ਤੂੰ ਕੁਛ ਕਰੇ ਤੇ ਰੱਬ ਤੈਨੂੰ ਪਿਆਰ ਕਰੇ। ਤੂੰ ਸੋ ਕਿਛ ਕਰ ਜਿਤ ਮੈਲ ਨਾ ਲੱਗੈ। ਉਹ ਕਰਮ ਕਮਾ ਜਿਹੜੇ ਕਰਮ ਕਰਨ ਦੇ ਨਾਲ ਤੇਰੇ ਅੰਦਰ ਨੂੰ ਮੈਲ ਨਾ ਲੱਗੇ, ਤੇ ਜੇ ਅੰਦਰਲਾ ਨਿਰਮਲ ਹੋਏਗਾ, ਇਹੋ ਹੀ ਰੱਬ ਦਾ ਪਿਆਰ ਹੈ। ਹੋਰ ਕੋਈ ਰੱਬ ਨੇ ਇਸ ਤਰ੍ਹਾਂ ਸਰੀਰਕ ਤੌਰ 'ਤੇ ਆ ਕੇ ਜੱਫੀ ਪਾ ਕੇ ਨਹੀਂ ਮਿਲਣਾ। ਬਸ ਸਾਡੇ ਅੰਦਰਲੇ ਨੂੰ ਜਦੋਂ ਖੁਸ਼ੀ ਮਿਲਦੀ ਏ, ਜਦੋਂ ਇਸ ਨੂੰ ਸੰਤੋਖ ਮਿਲਦਾ ਹੈ, ਜਦੋਂ ਇਹ ਸਹਿਜ ਵਿੱਚ ਆਉਂਦਾ ਹੈ, ਇਹ ਹੀ ਰੱਬ ਦਾ ਪਿਆਰ ਹੁੰਦਾ ਹੈ। ਕਰਤੇ ਨੂੰ ਮੰਨਣਾ ਆਪ ਗਵਾਵੇ, ਵਿੱਚੋਂ ਆਪਣੇ ਆਪੇ ਨੂੰ ਪਰੇ ਕਰ ਲੈਣਾ। ਕਰਮ ਕਰਨਾ ਹੈ, ਲੇਕਿਨ ਆਪਣੇ ਆਪ ਨੂੰ ਪਰੇ ਕਰਕੇ ਕਰਨਾ ਹੈ। ਮੈਂ ਨਹੀਂ ਕੀਤਾ, ਉਸ ਮਾਲਕ ਨੇ ਕੀਤਾ। ਤਉ ਨਾਨਕ ਸਰਬ ਜੀਆਂ ਮਿਹਰਮਤ, ਸਾਰਿਆਂ ਜੀਆਂ ਦੇ ਨਾਲ ਮਿਹਰ ਵਾਲਾ ਸਲੂਕ ਕਰਨਾ, ਪਿਆਰ ਵਾਲਾ ਸਲੂਕ ਕਰਨਾ। ਸਰਬ ਜੀਆਂ ਮਿਹਰਮਤ ਹੋਏ, ਤਾਂ ਮੁਸਲਮਾਨ ਕਹਾਵੇ। ਇਹ ਹੈ ਉਸ ਖੁਦਾ ਤੇ ਸਾਡੀ ਆਤਮਾ ਜਾਂ ਰੂਹ, ਜਿਹੜਾ ਇਹਦੇ ਵਿੱਚ ਭੇਦ ਬਣਿਆ ਹੋਇਆ ਹੈ, ਉਸ ਭੇਦ ਨੂੰ ਖਤਮ ਕਰਨ ਦਾ ਇੱਕ ਬਹੁਤ ਸੁੰਦਰ ਤਰੀਕਾ ਜੋ ਗੁਰੂ ਨਾਨਕ ਸਾਹਿਬ ਨੇ ਮੁਸਲਮਾਨ ਨੂੰ ਆਖਦਿਆਂ ਹੋਇਆਂ ਸਾਨੂੰ ਸਭਨਾਂ ਨੂੰ ਸਮਝਾਇਆ ਹੈ ਵੀ ਆਹ ਕੰਮ ਕਰੋ। ਰੂਹ ਦਾ ਤੇ ਖੁਦਾ ਦਾ ਜਿਹੜਾ ਭੇਦ ਹੈ, ਫਿਰ ਉਹ ਭੇਦ ਮਿਟ ਜਾਏਗਾ। ਸੋ ਆਪਾਂ ਯਤਨ ਕਰਿਆ ਕਰੀਏ ਕਿ ਜ਼ਿੰਦਗੀ ਜਿਉਂਦਿਆਂ ਰੱਬ ਦੀ ਰਜ਼ਾ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੀਏ। ਪਿਛਲੀ ਵਾਰੀ ਮੈਂ ਆਪ ਜੀ ਨਾਲ ਗੱਲ ਕੀਤੀ ਸੀ ਕਿ ਕਈ ਚੀਜ਼ਾਂ ਅਸੀਂ ਜਦੋਂ ਮਾੜੀਆਂ ਵਾਪਰਦੀਆਂ ਨੇ ਤੇ ਕਹਿੰਦੇ ਰੱਬ ਦਾ ਭਾਣਾ, ਰੱਬ ਦੀ ਮਰਜ਼ੀ, ਰੱਬ ਦਾ ਹੁਕਮ। ਇਹ ਸਾਰਾ ਕੁਝ ਪਰਮਾਤਮਾ ਮਾੜਾ ਨਹੀਂ ਕਰਦਾ। ਜੇ ਕੁਝ ਕਰਦਾ ਹੈ ਪਰਮਾਤਮਾ ਤੇ ਉਹ ਚੰਗਾ ਕਰਦਾ। ਪਰਮਾਤਮਾ ਮਾੜਾ ਨਹੀਂ ਕਰਦਾ।
ਪਰ ਫਿਰ ਇਹ ਮਾੜਾ ਵਾਪਰਦਾ ਕਿਉਂ ਹੈ? ਇਹ ਕੁਝ ਸਾਡੇ ਆਪਣੇ ਕਰਮ ਹੁੰਦੇ ਨੇ, ਕੁਝ ਸਾਡੀਆਂ ਗਲਤੀਆਂ ਹੁੰਦੀਆਂ ਨੇ, ਕੁਝ ਅਸੀਂ ਅਣਜਾਣੇ ਵਿੱਚ ਸਹਿ ਸੁਭਾਏ ਸਾਡੇ ਤੋਂ ਕੁਝ ਮਾੜਾ ਹੋ ਜਾਂਦਾ ਹੈ ਅਤੇ ਉਹਦਾ ਫਿਰ ਰਿਜ਼ਲਟ ਜਿਹੜਾ, ਨਤੀਜਾ ਜਿਹੜਾ ਉਹ ਮਾੜਾ ਨਿਕਲਦਾ ਹੈ। ਜਦੋਂ ਉਹ ਨਤੀਜਾ ਮਾੜਾ ਆਉਂਦਾ ਤੇ ਅਸੀਂ ਕਹਿੰਦੇ ਹਾਂ ਰੱਬ ਨੇ ਕੀਤਾ। ਅਸੀਂ ਕਿਉਂ ਨਹੀਂ ਪਿੱਛੇ ਆਪਣੀ ਜ਼ਿੰਦਗੀ ਵਿੱਚ ਝਾਤੀ ਮਾਰਦੇ ਕਿ ਹੋ ਸਕਦਾ ਹੈ ਇਹ ਜਿਹੜਾ ਸਿੱਟਾ ਅੱਜ ਮੇਰੇ ਸਾਹਮਣੇ ਆਇਆ ਹੈ, ਮੇਰੀ ਜ਼ਿੰਦਗੀ ਵਿੱਚ ਕਿਤੇ ਜਾਣੇ ਅਣਜਾਣੇ ਮੇਰੇ ਤੋਂ ਕੁਛ ਮਾੜਾ ਹੋ ਗਿਆ ਹੋਵੇ। ਫਿਰ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜੇ ਬੰਦੇ ਦੇ ਹੱਥ ਵੱਸ ਕੁਝ ਹੈ ਹੀ ਨਹੀਂ ਤੇ ਇਹਦੇ ਤੋਂ ਮਾੜਾ ਚੰਗਾ ਫਿਰ ਹੋ ਕਿਵੇਂ ਜਾਂਦਾ ਹੈ? ਇਹ ਕਹਿਣਾ ਮੂਲੋਂ ਹੀ ਗਲਤ ਹੈ ਕਿ ਬੰਦੇ ਦੇ ਵੱਸ ਕੁਝ ਵੀ ਨਹੀਂ। ਬੰਦੇ ਦੇ ਵੱਸ ਸਭ ਕੁਝ ਨਹੀਂ, ਪਰ ਬਹੁਤ ਕੁਝ ਇਹਦੇ ਵੱਸ ਵਿੱਚ ਹੈ। ਉੱਠਣਾ, ਬੈਠਣਾ, ਸੌਣਾ, ਜਾਗਣਾ, ਹੱਸਣਾ, ਰੋਣਾ, ਇਹ ਸਾਰੀਆਂ ਚੀਜ਼ਾਂ ਬੰਦੇ ਦੇ ਵੱਸ ਵਿੱਚ ਨੇ। ਮੈਂ ਇੱਕ ਵਾਰੀ ਤੁਹਾਡੇ ਨਾਲ ਉਹ ਗੱਲ ਸਾਂਝੀ ਕੀਤੀ ਸੀ ਕਿ ਕਿਸੇ ਮਹਾਂਪੁਰਸ਼ ਨੂੰ ਪੁੱਛਿਆ ਸੀ, ਕਿਸੇ ਸਿਆਣੇ ਪੁਰਸ਼ ਨੇ, ਕਿ ਕੀ ਸਭ ਕੁਝ ਹੀ ਰੱਬ ਕਰਦਾ ਹੈ ਕਿ ਕੁਛ ਬੰਦੇ ਦੇ ਵੱਸ ਵੀ ਹੈ? ਅਤੇ ਉਹਨੇ ਉਹਨੂੰ ਆਖਿਆ ਸੀ, ਭਾਈ ਉੱਠ ਕੇ ਖੜ੍ਹਾ ਹੋ, ਮੈਂ ਤੇਰੀ ਗੱਲ ਦਾ ਜਵਾਬ ਦੇਣਾ। ਉਹ ਖੜ੍ਹਾ ਹੋ ਗਿਆ ਅਤੇ ਆਖਣ ਲੱਗੇ ਇੱਕ ਪੈਰ ਉੱਤੇ ਚੁੱਕ। ਉਹਨੇ ਇੱਕ ਪੈਰ ਜ਼ਮੀਨ ਤੋਂ ਉੱਤੇ ਚੁੱਕ ਲਿਆ। ਮਹਾਂਪੁਰਸ਼ ਕਹਿੰਦੇ ਨੇ ਉਹਨੂੰ ਥੱਲੇ ਨਾ ਰੱਖੀ ਜਿਹੜਾ ਉੱਤੇ ਚੁੱਕਿਆ ਹੈ, ਹੁਣ ਦੂਜਾ ਵੀ ਉੱਤੇ ਚੁੱਕ। ਉਹ ਕਹਿੰਦਾ ਜੀ ਉਹ ਨਹੀਂ ਮੇਰੇ ਵੱਸ। ਬਸ ਇੰਨੀ ਕੀ ਗੱਲ ਹੈ। ਖੜ੍ਹੇ ਹੋਣਾ ਆਪਣੇ ਵੱਸ ਵਿੱਚ ਸੀ, ਆਪਾਂ ਖੜ੍ਹੇ ਹੋ ਗਏ। ਇੱਕ ਪੈਰ ਜ਼ਮੀਨ ਤੋਂ ਉੱਤੇ ਕਰਨਾ ਆਪਣੇ ਵੱਸ ਹੀ, ਆਪਾਂ ਚੁੱਕ ਲਿਆ। ਪਰ ਉਹਨੂੰ ਥੱਲੇ ਲਾਉਣ ਤੋਂ ਬਿਨਾਂ ਦੂਜਾ ਵੀ ਪੈਰ ਉੱਤੇ ਚੁੱਕ ਲਈਏ, ਇਹ ਆਪਣੇ ਵੱਸ ਵਿੱਚ ਨਹੀਂ। ਬਸ ਇੰਨੀ ਕੀ ਗੱਲ ਸਮਝਣ ਵਾਲੀ ਹੈ ਕਿ ਇੱਥੋਂ ਤੱਕ ਚੀਜ਼ਾਂ ਸਾਡੇ ਵੱਸ ਵਿੱਚ ਹਨ, ਇਸ ਤੋਂ ਅੱਗੇ ਸਾਡੇ ਵੱਸ ਵਿੱਚ ਕੁਝ ਵੀ ਨਹੀਂ। ਸੋ ਇਹ ਗੱਲ ਜ਼ਰੂਰ ਆਪਾਂ ਸਮਝਣੀ ਹੈ ਕਿ ਜਿਹੜੇ ਆਪਾਂ ਕਰਮ ਕਰਦੇ ਆ ਨਾ, ਇਹ ਜ਼ਿਆਦਾਤਰ ਆਪਣੇ ਵੱਸ ਵਿੱਚ ਹੁੰਦੇ ਨੇ। ਜਦੋਂ ਆਪਾਂ ਕਿਸੇ ਦਾ ਬੁਰਾ ਕਰਦੇ ਹਾਂ, ਕਿਸੇ ਨਾਲ ਧੋਖਾ ਕਰਦੇ ਹਾਂ, ਆਪਣਾ ਕੁਛ ਸਾਨੂੰ ਉਹਦੇ ਸਵਾਰਥ ਹੁੰਦੇ ਨੇ, ਉਹਨਾਂ ਸਵਾਰਥਾਂ ਨੂੰ ਧਿਆਨ 'ਚ ਰੱਖ ਕੇ ਉਹ ਅਸੀਂ ਖੁਦ ਹੀ ਕਰ ਰਹੇ ਹੁੰਦੇ ਹਾਂ। ਰੱਬ ਸਾਡੇ ਤੋਂ ਸਵਾਰਥੀ ਸਾਨੂੰ ਬਣਾ ਕੇ ਮਾੜਾ ਕੁਝ ਨਹੀਂ ਕਰਾਉਣਾ ਚਾਹੁੰਦਾ। ਸੋ ਇਹ ਗੱਲ ਵੀ ਆਪਾਂ ਜ਼ਰੂਰ ਧਿਆਨ ਵਿੱਚ ਰੱਖਣੀ ਹੈ ਕਿ ਆਪਾਂ ਕੁਝ ਚੰਗਾ ਕਰਨਾ ਹੈ। ਜੇ ਸੱਚੀ ਮੁੱਚੀ ਅਸੀਂ ਕੁਝ ਵੀ ਨਾ ਕਰ ਸਕਦੇ ਹੁੰਦੇ ਤੇ ਗੁਰੂ ਜੀ ਸਾਨੂੰ ਕਦੇ ਨਾ ਕਹਿੰਦੇ ਵੀ ਤੂੰ ਚੰਗੇ ਕਰਮ ਕਰਿਆ ਕਰ। ਉਹਨਾਂ ਨੇ ਫਿਰ ਤੇ ਆਖਣਾ ਵੀ ਤੇਰੇ ਤੇ ਵਾਸੀ ਕੁਝ ਨਹੀਂ, ਜੋ ਹੋ ਰਿਹਾ ਕਰੀ ਚੱਲ ਤਕੜਾ ਹੋ ਕੇ। ਪਰ ਇਸ ਤਰ੍ਹਾਂ ਉਹਨਾਂ ਕਿਤੇ ਵੀ ਨਹੀਂ ਆਖਿਆ। ਉਹ ਕਹਿੰਦੇ ਨੇ ਸੋਚ ਸਮਝ ਕੇ ਅਕਲੀ ਸਾਹਿਬ ਸੇਵੀ ਹੈ, ਅਕਲੀ ਕੀਚੈ ਦਾਨ। ਆਪਣੀ ਅਕਲ ਤੋਂ ਕੰਮ ਲਵੋ, ਸਿਆਣਪ ਤੋਂ ਕੰਮ ਲਵੋ। ਜਿਹਨੂੰ ਗੁਰੂ ਜੀ ਵਿਵੇਕ ਆਖਦੇ ਨੇ ਬਾਰ-ਬਾਰ, ਉਸ ਵਿਵੇਕ ਨੂੰ ਅੰਦਰੋਂ ਜਗਾਓ। ਵਿਵੇਕ ਜਾਗੇਗੀ ਤੇ ਅਸੀਂ ਫਿਰ ਮਾੜੇ ਕਰਮ ਨਹੀਂ ਕਰਾਂਗੇ। ਅਗਲਾ ਬਚਨ ਜਿਹੜਾ ਨਾ, ਉੱਥੇ ਜਿਹੜੇ ਲੋਕ ਇਕੱਠੇ ਹੋਏ ਨੇ, ਗੁਰੂ ਜੀ ਦੇ ਦੁਆਲੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਤੇ ਉਹਨਾਂ ਨੂੰ ਨਾ 3 ਸਵਾਲ ਆ ਆਖਰੀ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ। ਇਹ 3 ਸਵਾਲ ਉਹਨਾਂ ਨੇ ਉੱਥੇ ਕੀਤੇ ਮੱਕੇ ਦੇ ਅੰਦਰ। ਇੱਕ ਸਿੱਖ ਸਮਾਜ ਦੇ ਅੰਦਰ ਢਾਡੀ ਹੋਏ ਨੇ ਬੜੇ ਸਤਿਕਾਰਯੋਗ, ਮੂਲਾ ਸਿੰਘ ਪਾਖਰਪੁਰੀਆ। ਤੁਸੀਂ ਸ਼ਾਇਦ ਨਾਂ ਉਹਨਾਂ ਦਾ ਜ਼ਰੂਰ ਸੁਣਿਆ ਹੋਵੇਗਾ। ਉਹਨਾਂ ਨੇ 3 ਸਵਾਲ ਇੱਕ ਸਟੇਜ ਤੋਂ ਕੀਤੇ ਸਨ। ਮੈਂ ਉੱਥੇ ਬੈਠ ਕੇ ਸੁਣੇ ਸਨ ਉਹਨਾਂ ਦੇ ਮੁਖ ਤੋਂ। ਉਹਨਾਂ ਨੇ ਤਕਰੀਬਨ 40-45 ਮਿੰਟ ਲਗਾਏ ਸੀ ਇਹਨਾਂ 3 ਸਵਾਲਾਂ ਤੇ ਜਵਾਬਾਂ ਦੇ ਉੱਤੇ, ਔਰ ਇੰਨੇ ਵਧੀਆ ਢੰਗ ਨਾਲ ਉਹਨਾਂ ਨੇ ਸੁਣਾਏ ਸਨ। ਅਸੀਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾ ਸਵਾਲ ਉਹਨਾਂ ਦਾ ਕੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਉੱਥੇ ਕਾਫੀ ਦਿਨ ਰਹੇ ਨੇ ਉਹਨਾਂ ਹਾਜੀਆਂ ਕਾਜ਼ੀਆਂ ਦੇ ਨਾਲ। ਗੁਰੂ ਜੀ ਹਮੇਸ਼ਾ ਇੱਕ ਦੀ ਗੱਲ ਕਰਦੇ ਸਨ। ਉਹ ਕਹਿੰਦੇ ਸਨ ਉਹ ਇੱਕ ਤੋਂ ਬਿਨਾਂ ਕੋਈ ਨਬੀ, ਕੋਈ ਗੁਰੂ, ਕੋਈ ਪੀਰ, ਕੋਈ ਹੋਰ ਔਲੀਆ, ਕੋਈ ਅਵਤਾਰ ਹੁੰਦੇ ਨੇ, ਪਰ ਉਹਦੇ ਮੁਕਾਬਲੇ ਕੋਈ ਵੀ ਨਹੀਂ।
ਬਸ ਵਾਹਦ ਇੱਕੋ ਹਸਤੀ ਏ ਜਿਹੜੀ ਸਦਾ ਵਾਸਤੇ ਆ ਤੇ ਜਿਹੜੀ ਸਦਾ ਸੱਚ ਹੈ। ਬਾਕੀ ਸਭ ਕੁਛ ਆਉਣ ਜਾਣ ਵਾਲਾ ਹੀ ਏ। ਸਭ ਆਏ ਚਲੇ ਗਏ ਆਪਣੀ ਆਪਣੀ ਨੌਬਤ ਵਜਾ ਕੇ। ਤੇ ਉਹ ਕਹਿੰਦੇ ਸਨ ਵੀ ਤੁਸੀਂ ਇੱਕ ਦੀ ਹੀ ਗੱਲ ਕਰਦੇ। ਗੁਰੂ ਨਾਨਕ ਸਾਹਿਬ ਨੇ ਜਦੋਂ ਬਾਣੀ ਸ਼ੁਰੂ ਕੀਤੀ ਹੈ, ਸਭ ਤੋਂ ਪਹਿਲਾਂ ਨੰਬਰ 1 ਉਹਨਾਂ ਦਾ ਤੁਹਾਨੂੰ ਮਿਲੇਗਾ। ਉਹਦਾ ਮਤਲਬ ਹੀ ਇਹ ਆ, ਇੱਕ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਆਪਾਂ ਵੀ ਉਸ ਇੱਕ ਦੇ ਵਿੱਚ ਹੀ ਹਾਂ। ਇਹ ਪੂਰੀ ਧਰਤੀ ਚੰਦ ਸਿਤਾਰੇ ਉਸ ਇੱਕ ਦੇ ਵਿੱਚ ਹੀ ਹਨ। ਇੱਕ ਤੋਂ ਵੱਖਰਾ ਕੁਝ ਵੀ ਨਹੀਂ। ਇਸ ਨੂੰ ਵਨਨੈਸ ਕਹਿੰਦੇ ਨੇ। ਇੱਕ ਤੋਂ ਪਹਿਲਾਂ ਕੀ ਸੀ? ਉਹਨਾਂ ਨੇ ਸਵਾਲ ਕੀਤਾ। ਬੜੀ ਵੱਡੀ ਸਭਾ ਏ, ਵੱਡੇ ਵੱਡੇ ਪੀਰ ਆਪਣੀਆਂ ਕੁਰਸੀਆਂ ਤੇ ਬੈਠੇ ਨੇ, ਆਪਣੇ ਯਾਨੀ ਆਸਨਾਂ ਤੇ ਬੈਠੇ ਨੇ, ਤੇ ਗੁਰੂ ਸਾਹਿਬ ਇਸ ਤਰ੍ਹਾਂ ਉਹਨਾਂ ਨੇ ਜਵਾਬ ਦੇਣੇ ਨੇ ਤੇ ਇੱਧਰ ਖੜੇ ਨੇ। ਪੀਰ ਜੀ ਅੱਲਾ ਦੇ ਪਿਆਰੇ, ਇਹ ਦੱਸੋ ਕਿ ਉਸ ਇੱਕ ਤੋਂ ਪਹਿਲਾਂ ਕੀ ਸੀ? ਗੁਰੂ ਜੀ ਉਸ ਪੀਰ ਜੀ ਨੂੰ ਆਖਦੇ ਨੇ ਰੁਕਨਦੀਨ ਨੂੰ। ਕਈਆਂ ਨੇ ਉਹ ਦਸਤਗੀਰ ਵੀ ਲਿਖਿਆ, ਚਲੋ ਜਿਹੜਾ ਵੀ ਨਾ ਹੋਵੇਗਾ। ਪੀਰ ਜੀ ਤੁਹਾਨੂੰ ਗਿਣਤੀ ਗਿਣਨੀ ਆਉਂਦੀ ਏ? ਉਹ ਕਹਿੰਦੇ ਹਾਂ, ਕਿਉਂ ਨਹੀਂ? ਕਹਿੰਦੇ ਚਲੋ ਗਿਣ ਕੇ ਸੁਣਾਓ। ਉਹ ਇੱਕ ਤੋਂ ਸ਼ੁਰੂ ਕਰਦੇ ਨੇ ਤੇ 2-3 ਤੱਕ ਜਾਂਦੇ ਨੇ ਤੇ ਗੁਰੂ ਜੀ ਕਹਿੰਦੇ ਨੇ ਫਿਰ ਦੁਬਾਰਾ ਸ਼ੁਰੂ ਕਰੋ। ਫਿਰ ਇੱਕ ਤੋਂ ਸ਼ੁਰੂ ਕਰਦੇ ਨੇ। 2-3 ਵਾਰੀ ਇਸ ਤਰ੍ਹਾਂ ਕੀਤਾ ਤੇ ਗੁਰੂ ਜੀ ਕਹਿੰਦੇ ਤੁਸੀਂ ਕਹਿੰਦੇ ਸੋ ਕਿ ਮੈਨੂੰ ਗਿਣਤੀ ਆਉਂਦੀ ਏ, ਪਰ ਤੁਹਾਨੂੰ ਗਿਣਤੀ ਤਾਂ ਆਉਂਦੀ ਨਹੀਂ। ਉਹ ਕਹਿੰਦੇ ਵੀ ਇਹਦੇ 'ਚ ਕੀ ਗਲਤ ਏ? ਆ 2-3 ਅੱਖਰ ਮੈਂ ਬੋਲਦਾ, ਉੱਥੇ ਹੀ ਤੁਸੀਂ ਮੈਨੂੰ ਰੋਕ ਦਿੰਦੇ ਹੋ। ਇਹਦੇ 'ਚ ਗਲਤ ਕੀ ਏ? ਗੁਰੂ ਜੀ ਕਹਿੰਦੇ ਨੇ ਵੀ ਇੱਕ ਤੋਂ ਪਹਿਲਾਂ ਪੜ੍ਹ ਨਾ ਤੂੰ। ਉਹ ਕਹਿੰਦਾ ਜੀ ਇੱਕ ਤੋਂ ਪਹਿਲਾਂ ਕੁਝ ਹੁੰਦਾ ਨਹੀਂ। ਤੇ ਗੁਰੂ ਜੀ ਕਹਿੰਦੇ ਨੇ ਇਹੋ ਹੀ ਤੇ ਗੱਲ ਮੈਂ ਤੈਨੂੰ ਦੱਸਣਾ ਚਾਹ ਰਿਹਾ। ਇੱਕ ਤੋਂ ਪਹਿਲਾਂ ਕੁਝ ਵੀ ਨਹੀਂ ਹੁੰਦਾ। ਆਦਿ ਸੱਚ ਹੈ ਉਹ ਪਰਮਾਤਮਾ। ਉਹ ਆਦਿ ਕਾਲ ਤੋਂ ਏ। ਉਸ ਤੋਂ ਪਹਿਲਾਂ ਕੁਛ ਨਹੀਂ ਸੀ, ਉਸ ਤੋਂ ਬਾਅਦ ਵੀ ਕੁਛ ਨਹੀਂ, ਬਸ ਉਹ ਹੀ ਏ। ਉਹਦਾ ਰੂਪ ਕੋਈ ਵੀ ਹੋਵੇ। ਉਹਦਾ ਦੂਸਰਾ ਸਵਾਲ ਸੀ, ਉਹ ਰਹਿੰਦਾ ਕਿੱਥੇ ਆ? ਫਿਰ ਗੁਰੂ ਜੀ ਨੇ ਆਖਿਆ ਇੱਕ ਦੁੱਧ ਦਾ ਕਟੋਰਾ ਮੰਗਾਇਆ ਜਾਏ। ਆ ਗਿਆ। ਆਖਣ ਲੱਗੇ ਪੀਰ ਜੀ ਇਸ ਦੁੱਧ ਵਿੱਚ ਵੇਖੋ ਕੀ ਏ। ਉਹ ਕਹਿੰਦਾ ਜੀ ਦੁੱਧ ਵਿੱਚ ਤੇ ਕੁਛ ਵੀ ਨਹੀਂ, ਬਸ ਦੁੱਧ ਹੀ ਏ। ਗੁਰੂ ਜੀ ਕਹਿੰਦੇ ਨਹੀਂ, ਇਹਦੇ ਵਿੱਚ ਘਿਓ ਏ। ਉਹ ਕਹਿੰਦਾ ਜੀ ਹੈਗਾ ਤਾਂ ਹੈ ਹੀ ਏ, ਪਰ ਹੁਣ ਤੇ ਦੁੱਧ ਹੀ ਏ। ਗੁਰੂ ਜੀ ਕਹਿੰਦੇ ਨੇ ਜਿਸ ਤਰ੍ਹਾਂ ਇਸ ਦੁੱਧ ਦੇ ਇੱਕ ਕਣ ਵਿੱਚ ਘਿਓ ਸਮਾਇਆ ਹੋਇਆ, ਪਰ ਇਹਦੇ 'ਚ ਨਜ਼ਰ ਨਹੀਂ ਆ ਰਿਹਾ। ਹੈ ਆ ਮੌਜੂਦ ਏ। ਉਸ ਨੂੰ ਵੱਖਰਿਆਂ ਕਰਨ ਲਈ ਕੁਛ ਤਰੀਕਾ ਅਪਣਾਉਣਾ ਪੈਂਦਾ ਹੈ। ਉਹ ਕਰਨ ਦੇ ਨਾਲ ਪੂਰਾ ਪ੍ਰੋਸੀਜਰ, ਫਿਰ ਉਹ ਮੱਖਣ, ਦਹੀਂ, ਮੱਖਣ, ਘਿਓ, ਉਹ ਸਾਰੀਆਂ ਚੀਜ਼ਾਂ ਵੱਖਰੀਆਂ ਹੋ ਜਾਂਦੀਆਂ ਨੇ। ਪਰ ਇਸ ਵਕਤ ਇਸ ਦੁੱਧ ਦੇ ਇੱਕ ਕਣ ਵਿੱਚ ਘਿਓ ਸਮਾਇਆ ਹੋਇਆ। ਇਸ ਤਰ੍ਹਾਂ ਪਰਮਾਤਮਾ ਹਰ ਕਣ ਵਿੱਚ ਵਸਿਆ ਹੋਇਆ। ਜੇ ਤੁਸੀਂ ਆਖੋ ਦਿਸਦਾ ਨਹੀਂ, ਬਸ ਇਸੇ ਤਰ੍ਹਾਂ ਜਿਵੇਂ ਇਸ ਦੁੱਧ ਦੇ ਵਿੱਚ ਮੱਖਣ ਜਾਂ ਘਿਓ ਪਿਆ ਹੋਇਆ ਸਾਨੂੰ ਨਜ਼ਰ ਨਹੀਂ ਆਉਂਦਾ, ਇਸੇ ਤਰ੍ਹਾਂ ਪਰਮਾਤਮਾ ਸਾਡੇ ਸਭਨਾਂ ਵਿੱਚ ਸਮਾਇਆ ਹੋਇਆ ਸਾਨੂੰ ਨਜ਼ਰ ਨਹੀਂ ਆਉਂਦਾ। ਉਸ ਨੂੰ ਵੇਖਣ ਵਾਸਤੇ ਕੋਈ ਵਿਧੀ, ਕੋਈ ਜੁਗਤ, ਕੋਈ ਢੰਗ ਤਰੀਕਾ ਅਪਣਾਉਣ ਦੀ ਜ਼ਰੂਰਤ ਹੁੰਦੀ ਏ, ਫਿਰ ਉਹ ਨਜ਼ਰ ਵੀ ਆ ਜਾਂਦਾ ਹੈ। ਤੀਸਰਾ ਸਵਾਲ ਸੀ ਉਹ ਕਰਦਾ ਕੀ ਏ। ਜਦੋਂ ਇਹ ਤੀਜਾ ਸਵਾਲ ਕੀਤਾ ਗਿਆ ਤੇ ਗੁਰੂ ਜੀ ਨੇ ਉਹ ਪੀਰ ਨੂੰ ਆਖਿਆ ਵੀ ਤੁਸੀਂ ਆਸਨਾਂ ਤੇ ਬੈਠੇ ਹੋ, ਮੈਂ ਥੱਲੇ ਖਲੋਤਾ। ਗੱਲ ਤਾਂ ਇਹ ਹੋਣੀ ਚਾਹੀਦੀ ਵੀ ਸਵਾਲੀਆ ਥੱਲੇ ਖਲੋਵੇ ਤੇ ਜਿਹਨੇ ਜਵਾਬ ਦੇਣਾ ਉਹ ਆਸਨ ਤੇ ਬੈਠੇ। ਵੀ ਤੁਸੀਂ ਕਿਸੇ ਕੋਰਟ ਵਿੱਚ, ਕਿਸੇ ਕਚਹਿਰੀ ਵਿੱਚ ਜਾਓ, ਸਵਾਲੀਏ ਥੱਲੇ ਖਲੋਂਦੇ ਨੇ, ਜੱਜ ਸਾਹਿਬ ਜਾਂ ਸੁਣਨ ਵਾਲਾ ਉੱਤੇ ਬੈਠਾ ਹੁੰਦਾ। ਤੇ ਉਹ ਆਖਣ ਲੱਗੇ ਇਹ ਕਿਹੜੀ ਵੱਡੀ ਗੱਲ ਹੈ, ਅਸੀਂ ਹੁਣੇ ਕਰ ਦਿੰਦੇ ਹਾਂ, ਤੁਸੀਂ ਇੱਥੇ ਆ ਕੇ ਬਹਿ ਜਾਓ, ਮੈਂ ਉੱਥੇ ਖਲੋ ਜਾਣਾ। ਤੇ ਗੁਰੂ ਜੀ ਨੇ ਆਖਿਆ ਵੀ ਮੈਂ ਨਹੀਂ ਬਹਿਣਾ, ਮੇਰਾ ਸਾਥੀ ਬਵੇਗਾ ਉੱਥੇ, ਇਹ ਜਵਾਬ ਦੇਵੇਗਾ। ਹੁਣ ਉਹ ਭਾਈ ਮਰਦਾਨੇ ਨੂੰ ਜਦੋਂ ਆਖਿਆ ਵੀ ਜਾ ਭਾਈ ਮਰਦਾਨਾ ਤੂੰ ਪੀਰ ਜੀ ਦੇ ਆਸਣ ਤੇ ਜਾ ਕੇ ਬਹਿ ਜਾ, ਉਹਨੇ ਗੁਰੂ ਜੀ ਵੱਲ ਵੇਖਿਆ ਵੀ ਇਹ ਐਡੇ ਐਡੇ ਮੋਟੇ ਮੁਸਲਮਾਨ ਕਿਉਂ ਮੈਨੂੰ ਮਰਵਾਓਗੇ ਨਾ ਤੋਂ, ਵੀ ਉਹਦੇ ਆਸਣ ਤੇ ਮੈਂ ਕਿਵੇਂ ਬਹਿ ਜਾ।
ਗੁਰੂ ਜੀ ਨੇ ਆਖਿਆ ਵੀ ਉਹਨੇ ਆਪ ਹੀ ਆਖਿਆ ਤੂੰ ਡਰ ਨਾ, ਘਬਰਾ ਨਾ, ਬਹਿ ਜਾ। ਉਹ ਉਹਨਾਂ ਦੇ ਆਸਣ ਤੇ ਜਾ ਬੈਠਾ। ਪੀਰ ਜੀ ਗੁਰੂ ਨਾਨਕ ਸਾਹਿਬ ਦੇ ਕੋਲ ਆ ਕੇ ਖੜੇ ਹੋ ਗਏ ਤੇ ਆਖਣ ਲੱਗੇ, ਦੱਸੋ ਕੀ ਕਰਦਾ ਹੈ? ਤੇ ਗੁਰੂ ਜੀ ਆਖਣ ਲੱਗੇ, ਤੈਨੂੰ ਅਜੇ ਸਮਝ ਨਹੀਂ ਆਈ ਉਹ ਕੀ ਕਰਦਾ? ਕਹਿੰਦਾ, ਜੀ ਨਹੀਂ, ਮੈਨੂੰ ਤੇ ਕੋਈ ਸਮਝ ਨਹੀਂ ਆਈ। ਗੁਰੂ ਜੀ ਨੇ ਆਖਿਆ, ਬਸ ਇਹੋ ਹੀ ਕੁਛ ਕਰਦਾ ਹੈ, ਜਿਹੜੇ ਆਸਨਾਂ ਤੇ ਕੁਰਸੀਆਂ ਤੇ ਬੈਠੇ ਹੁੰਦੇ ਨੇ ਉਹਨਾਂ ਨੂੰ ਲਾਹ ਕੇ ਥੱਲੇ ਬਿਠਾ ਦਿੰਦਾ ਹੈ। ਜਿਹੜੇ ਨਿਮਾਣੇ ਤੇ ਨਿਤਾਣੇ ਥੱਲੇ ਖਲੋਤੇ ਹੁੰਦੇ ਨੇ ਉਹਨਾਂ ਨੂੰ ਆਸਨਾਂ ਤੇ ਬਿਠਾ ਦਿੰਦਾ ਹੈ। ਇਹੋ ਹੀ ਕੁਝ ਕਰਦਾ ਹੈ। ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ। ਉਹ ਰਾਜੇ ਤੋਂ ਭਿਖਾਰੀ ਬਣਾ ਦਿੰਦਾ ਹੈ, ਭਿਖਾਰੀ ਤੋਂ ਰਾਜਾ ਬਣਾ ਦਿੰਦਾ ਹੈ। ਬਸ ਉਹ ਇਹੋ ਹੀ ਕੁਝ ਕਰਦਾ, ਹੋਰ ਉਹ ਕੁਝ ਵੀ ਨਹੀਂ ਕਰਦਾ। ਇਹ ਤਿੰਨੇ ਸਵਾਲ, ਇਹਨਾਂ ਦੇ ਜਵਾਬ ਇੰਨੇ ਬਾਖੂਬੀ ਗੁਰੂ ਨਾਨਕ ਸਾਹਿਬ ਨੇ ਦਿੱਤੇ। ਉਹ ਮੁਸਲਮਾਨ, ਉਹ ਸਾਰੇ ਹਾਜੀ ਕਾਜੀ ਗੁਰੂ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਗਏ। ਉਸ ਤੋਂ ਬਾਅਦ ਉਹਨਾਂ ਨੇ ਉਹ ਫਿਰ ਨਿਸ਼ਾਨੀ ਮੰਗੀ ਸੀ ਵੀ ਗੁਰੂ ਜੀ ਹੁਣ ਤੁਸੀਂ ਅੱਗੇ ਜਾਣਾ ਦੱਸ ਰਹੇ ਹੋ ਵੀ ਹੋਰ ਅੱਗੇ ਵੀ ਲੋਕ ਭਲਾਈ ਦੇ ਕੰਮ ਕਰਨੇ ਨੇ, ਭੁੱਲੀ ਹੋਈ ਮਾਨਵਤਾ ਨੂੰ ਸਹੀ ਰਸਤੇ ਤੇ ਪਾਉਣਾ, ਇੱਕ ਪ੍ਰਭੂ ਨਾਲ ਜੋੜਨਾ ਹੈ। ਤੇ ਤੁਸੀਂ ਚਲੇ ਜਾਓਗੇ, ਫਿਰ ਤੁਹਾਡੀ ਯਾਦ ਤੇ ਸਾਡੇ ਕੋਲ ਕਾਇਮ ਰਹਿਣੀ ਚਾਹੀਦੀ ਹੈ। ਤੇ ਗੁਰੂ ਜੀ ਨੇ ਆਪਣੀਆਂ ਖੜਾਵਾਂ ਦਿੱਤੀਆਂ ਸਨ। ਉਹ ਪ੍ਰਿੰਸੀਪਲ ਸਤਬੀਰ ਸਿੰਘ ਨੇ ਲਿਖਿਆ ਹੋਇਆ ਕਿ ਉੱਥੇ ਪਈਆਂ ਹੋਈਆਂ ਸਨ, ਹੁਣ ਪਤਾ ਨਹੀਂ ਹੈਨ ਕਿ ਨਹੀਂ, ਮੱਕੇ ਦੇ ਅੰਦਰ, ਕਾਬੇ ਵਿੱਚ ਨਹੀਂ, ਮੱਕੇ ਵਿੱਚ। ਸੋ ਇਹ ਇੱਥੋਂ ਤੱਕ ਦਾ ਹਾਲ ਸੀ ਗੁਰੂ ਸਾਹਿਬ ਦਾ। ਮੱਕੇ ਦੇ ਅੰਦਰ ਜੋ ਉਹਨਾਂ ਨੇ ਇਹਨਾਂ ਲੋਕਾਂ ਨੂੰ ਸ਼ੁਭ ਸਿੱਖਿਆਵਾਂ ਦਿੱਤੀਆਂ, ਕਰਮਕਾਂਡਾਂ ਤੋਂ, ਵਹਿਮਾਂ ਭਰਮਾਂ ਤੋਂ ਛਡਾ ਕੇ ਉਹਨਾਂ ਨੂੰ ਇੱਕ ਸੱਚੇ ਅੱਲਾ ਖੁਦਾ ਦੇ ਨਾਲ ਜੋੜਿਆ। ਇੱਥੋਂ ਫਿਰ ਹੁਣ ਗੁਰੂ ਜੀ ਮਦੀਨੇ ਚਲੇ ਜਾਣਗੇ, ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦੀ ਕਬਰ ਹੈ। ਉੱਥੇ ਕਬਰ ਤੋਂ ਬਾਰ-ਬਾਰ ਦੂਰ ਬੈਠੇ ਨੇ। ਬੈਠ ਕੇ ਉਹਨਾਂ ਨੇ ਜਿਹੜਾ ਸਭ ਤੋਂ ਪਹਿਲਾਂ ਉਹਨਾਂ ਦਾ ਕਰਮ ਸੀ ਕੀਰਤਨ। ਭਾਈ ਸਾਹਿਬ ਨੂੰ ਆਖਣਗੇ, ਭਾਈ ਸਾਹਿਬ ਤੁਸੀਂ ਕੀਰਤਨ ਆਰੰਭ ਕਰੋ। ਜਿਵੇਂ ਕੀਰਤਨ ਆਰੰਭ ਹੋਏਗਾ ਫਿਰ ਉੱਥੇ ਸੰਗਤ ਆ ਜਾਏਗੀ, ਲੋਕ ਇਕੱਠੇ ਹੋ ਜਾਣਗੇ। ਫਿਰ ਗੁਰੂ ਜੀ ਆਪਣੀ ਗੱਲ ਉਹਨਾਂ ਲੋਕਾਂ ਨਾਲ ਕਰਨੀ ਪ੍ਰਾਰੰਭ ਕਰਨਗੇ। ਇੱਥੋਂ ਆਪਾਂ ਅਗਲੇ ਐਤਵਾਰ ਨੂੰ ਇਤਿਹਾਸ ਸ਼ੁਰੂ ਕਰਾਂਗੇ। ਆਪ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕਰਦਾ। ਤੁਸੀਂ ਬੜੇ ਪਿਆਰ ਨਾਲ ਬੈਠ ਕੇ ਅੱਜ ਦੀ ਵਿਚਾਰ ਨੂੰ ਸੁਣਿਆ। ਮੇਰੇ ਪਾਸੋਂ ਵਿਚਾਰ ਕਰਦਿਆਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਹੋ ਹੀ ਜਾਂਦੀਆਂ ਨੇ। ਗੁਰੂ ਸਾਹਿਬ ਬਖਸ਼ਣ ਯੋਗ ਨੇ, ਆਪ ਸੰਗਤ ਨੇ ਮੁਆਫ ਕਰਨਾ ਜੀ। ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।